माइक कट के लै लो। एक भाई ने कॉलर माइक दे दे। इलैक्ट्रॉनिक मीडिया के पत्रकारों को निम्रतापूर्वक बेनती है कि उन्होंने कोई भी सवाल हो या प्रिंट मीडिया वाले पत्रकार साहबान का कोई सवाल हो तो कर सकते हैं। मैं संक्षेप की जानकारी अज के इस प्रोग्राम के संबंध आपकी देना चाहता है कि पिछले लगभग 2 साल तो सियासी और समाजिक तौर के उत्ते जागरूक करने लोक अधिकार लहर की सारी टीम जी है वो काम कर रही सी और तकरीबन पिछले 6 साल तो असी पंजाब दे विच सरगर्मा इस समय के दौरान जिहड़ा अज आपां ब्रोशर जारी किया है ये किसी एसी कमरे दे विच बैठ के जां रस्मी तौर के उत्ते जारी नहीं किया जा रहा, बल्कि पिछले 6 सालों तो पंजाब के पिंडां विच शहरां विच कस्बियां विच लोकां दीयां समस्यावां पंजाब दीयां मुश्किलां अते हर वर्ग जिहड़ा हैगा उहदे नाल विचार वटांदरे तो बाद जारी किया गया है। और ये कह लीए कि ये जिहड़ा ब्रोशर है ये पंजाब दे हर वासी दे भावां दी ख्यालां दी उहदियां आसां ते उम्मीदां दी तर्जमानी करन वाला ब्रोशर है। और अज वर्ग तो है उत्थों गल शुरू की, उस तो बाद अंगहीन बुढ़ापा विधवा ਪੈਨਸ਼ਨਰਾਂ ਦੇ ਜਿਹੜੇ ਮਸਲੇ ਸੀਗੇ ਜਿਨ੍ਹਾਂ ਨੂੰ ਮਹਿਜ 250 ਰੁਪਏ ਪੈਨਸ਼ਨ ਦਿੱਤੀ ਜਾਂਦੀ ਸੀ ਤਾਂ ਉਹਨਾਂ ਦੀ ਲੜਾਈ ਲੜੀ। ਉਸ ਤੋਂ ਬਾਅਦ ਜਿਹੜਾ ਮਜ਼ਦੂਰ ਵਰਗ ਪੰਜਾਬ 'ਚ ਕਿਰਤੀ ਵਰਗ ਹੈ, ਮੈਂ ਐਸੀ ਭਾਈਚਾਰਾ ਸ਼ਬਦ ਬਿਲਕੁਲ ਨਹੀਂ ਵਰਤਣਾ ਚਾਹੁੰਦਾ ਕਿਉਂਕਿ ਇੱਥੇ ਅਮਲਾਂ ਤੇ ਹੋਣਗੇ ਨਵੇੜੇ, ਜਾਤ ਕਿਸੇ ਪੁੱਛਣੀ ਨਹੀਂ। ਲੋਕ ਅਧਿਕਾਰ ਲਹਿਰ ਦੇ ਵਿੱਚ ਨਵੇੜਾ ਜਿਹੜਾ ਹੈਗਾ ਉਹ ਕਿਰਦਾਰ ਤੇ ਹੋਏਗਾ, ਉੱਥੇ ਜਾਤੀ ਦਾ ਕੋਈ ਮਤਲਬ ਨਹੀਂ ਹੈ। ਤਾਂ ਜਿਹੜਾ ਮਜ਼ਦੂਰ ਕਿਰਤੀ ਵਰਗ ਸੀ ਤਕਰੀਬਨ 4 ਸਾਲਾਂ ਤੋਂ ਉਹਨਾਂ ਦੇ ਮਸਲੇ, ਮਨਰੇਗਾ ਮਜ਼ਦੂਰਾਂ ਦੇ ਮਸਲੇ, ਫੈਕਟਰੀ ਮਜ਼ਦੂਰਾਂ ਦੇ ਮਸਲੇ ਦੇ ਦੌਰਾਨ ਪਿਛਲੇ ਦਰਵਾਜ਼ਿਓਂ ਜਿਹੜੇ 3 ਖੇਤੀ ਕਾਨੂੰਨ ਲੈ ਕੇ ਆਂਦੇ ਜਿਨ੍ਹਾਂ ਦੇ ਨਾਲ ਐਸੈਂਸ਼ੀਅਲ ਕਮੋਡਿਟੀ ਐਕਟ ਜਿਹੜਾ ਕਿ ਹਰ ਕੰਜ਼ਿਊਮਰ ਨੂੰ ਪ੍ਰਭਾਵਿਤ ਕਰਦਾ ਹੈ, एक उत्पादक तो लैके एक ग्राहक दे खाने की थाली तक समुचे प्रसारे दे उत्ते कब्जा करन दी जिहड़ी नीयत सी किसानी अंदोलन चलिया तां उहदे हावां भावां नूं उहदियां मुश्किलां नूं भी लोक अधिकार लहर ने पूरी तरह समझिया। अज साडे विच बापू हरदीप सिंह जी डिबडबा मौजूद ने जिन्हां दे पोतरे दी उस अंदोलन च शहादत हुई। ये लंबा समा उस अंदोलन के नाल जुड़े रहे और सब तो मगरों असी जाके पंजाब दा वो बुद्धिजीवी वर्ग सी जिन्हां ने पिछले समय तो ये कोशिशां कीतियां कि समय समय दियां सरकारां लोकां नूं उन्हां दे बनदे हक देण, उहदे लई इन्हां मौजूद शख्सियतां ने अपने मुलवान विचार अपने अहुदियां उत्ते बैठियां दिते। पर साडी एक बड़ी वड्डी त्रासदी रही कि जिन्हां लोकां दे कोले विजन है, दूरअंदेशता है, ईमानदारी है, अकल है, उन्हां लोकां कोले सत्ता नहीं है क्योंकि कुछ भी करन लई सत्ता चाहिदी है। और जिन्हां लोकां दे कोले सत्ता है उन्हां दे कोले ईमानदारी की कमी है और एक विजन की कमी है। सो असी फिर उस वर्ग के कोले अप्रोच की तो मेरे सज्जे हथ मानयोग
ਡਾਕਟਰ ਕਿਰਪਾਲ ਸਿੰਘ ਔਲਖ ਜਿਹੜੇ ਕਿ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਵਾਈਸ ਚਾਂਸਲਰ ਰਹੇ ਆ ਔਰ ਖੇਤੀਬਾੜੀ ਵਿਭਾਗ ਨਾਲ ਜੁੜੇ ਅਧਿਆਪਨ ਕਿੱਤੇ ਦੇ ਵਿੱਚ ਇਹਨਾਂ ਦੀ ਬਹੁਤ ਗਹਿਨ ਮਹਾਰਤ ਹੈ। ਇਸੇ ਤਰ੍ਹਾਂ ਇਹਨਾਂ ਦੇ ਨਾਲ ਡਾਕਟਰ ਰਣਜੀਤ ਸਿੰਘ ਘੁੰਮਣ ਬੈਠੇ ਨੇ। ਇਹ ਆਰਥਿਕ ਮਾਹਰ ਨੇ। ਇਹਨਾਂ ਨੇ ਵੀ ਸਮੇਂ-ਸਮੇਂ ਤੇ ਸਰਕਾਰਾਂ ਨੂੰ ਹਮੇਸ਼ਾ ਬੇਨਤੀਆਂ ਕੀਤੀਆਂ ਕਿ ਪੰਜਾਬ ਦੀ ਆਰਥਿਕਤਾ ਨੂੰ ਉੱਪਰ ਚੁੱਕਣ ਲਈ ਕੀ ਕੀਤਾ ਜਾ ਸਕਦਾ ਹੈ। ਸੋ ਇਹਨਾਂ ਦੇ ਨਾਲ ਹੀ ਡਾਕਟਰ ਮਨਜੀਤ ਸਿੰਘ ਕੰਗ, ਜਿਨ੍ਹਾਂ ਨੂੰ ਕਿ ਸਾਡੀਆਂ ਸਰਕਾਰਾਂ ਨੇ ਬੜੇ ਚਾਵਾਂ ਦੇ ਨਾਲ ਵਾਈਸ ਚਾਂਸਲਰ ਇੱਥੇ ਲੈ ਕੇ ਆਂਦਾ ਸੀ ਔਰ ਇਹਨਾਂ ਨੇ ਵੀ ਬੜੇ ਯਤਨ ਕੀਤੇ। ਇਹਨਾਂ ਦੇ ਨਾਲ ਹੀ ਡਾਕਟਰ ਗੁਰਸ਼ਰਨ ਸਿੰਘ ਰੰਧਾਵਾ ਬੈਠੇ ਨੇ, ਜਿਹੜੇ ਕਿ IIT ਰੁੜਕੀ ਦੇ ਵਿੱਚ ਆਪਣੇ ਵਿਸ਼ੇ ਦੇ ਮੁਖੀ ਰਹੇ ਔਰ ਉੱਥੇ 34 ਸਾਲ ਇਹਨਾਂ ਨੇ ਆਪਣੀਆਂ ਸੇਵਾਵਾਂ ਦਿੱਤੀਆਂ। ਉਹਨਾਂ ਦੇ ਨਾਲ ਪੰਜਾਬ ਰਾਜ ਬਿਜਲੀ ਬੋਰਡ ਤੋਂ ਸਰਦਾਰ ਬਲਦੇਵ ਸਿੰਘ ਸਰਾਂ, ਜਿਨ੍ਹਾਂ ਨੂੰ ਬਿਜਲੀ ਵਿਭਾਗ 'ਚ ਕੰਮ ਕਰਦਾ ਹਰ ਕਰਮਚਾਰੀ ਔਰ ਸੂਬੇ ਦਾ ਸਨਅਤ ਨਾਲ ਜੁੜਿਆ ਹੋਇਆ ਵਰਗ ਤੇ ਹਰ ਖਪਤਕਾਰ ਉਹਨਾਂ ਬਾਰੇ ਜਾਣਦਾ ਹੈ। ਔਰ ਇਹਨਾਂ ਦੇ ਨਾਲ ਹੀ ਡਾਕਟਰ ਅਸ਼ੋਕ ਕੁਮਾਰ ਸ਼ਰਮਾ ਜੀ ਬੈਠੇ ਹੈ, ਜਿਹੜੇ ਕਿ ਐਨੀਮਲ ਹਸਬੈਂਡਰੀ ਡਿਪਾਰਟਮੈਂਟ 'ਚੋਂ ਬਤੌਰ ਡਿਪਟੀ ਡਾਇਰੈਕਟਰ ਰਿਟਾਇਰ ਹੋਏ ਹੈ। ਔਰ ਇਹਨਾਂ ਦੀ ਖੂਬੀ ਇਹ ਹੈ ਕਿ ਇਹ 20 ਸਾਲ ਉਸ ਐਸੋਸੀਏਸ਼ਨ ਦੇ ਜਿਹੜੀ ਡਾਕਟਰਾਂ ਦੀ ਸੰਸਥਾ ਸੀ ਉਹਦੇ ਪ੍ਰਧਾਨ ਰਹੇ। ਤਾਂ ਮੇਰੇ ਨਾਲ ਬਾਪੂ ਹਰਦੀਪ ਸਿੰਘ ਜੀ ਡਿਬਡਿਬਾ ਬੈਠੇ ਹੈ, ਜਿਹੜੇ ਕਿ 5 ਦਹਾਕਿਆਂ ਤੋਂ ਸਿੱਖ ਸਿਆਸਤ ਨੂੰ ਬੜੀ ਗਹਿਰਾਈ ਦੇ ਨਾਲ ਜਾਣਦੇ ਆ। ਉਸ ਤੋਂ ਇਲਾਵਾ ਮੈਂ ਦੱਸ ਹੀ ਚੁੱਕਿਆ ਕਿ ਇਹਨਾਂ ਦੇ ਪੋਤਰੇ ਨਵਰੀਤ ਦੀ ਸ਼ਹਾਦਤ ਕਿਸਾਨ ਅੰਦੋਲਨ ਦੇ ਦੌਰਾਨ ਹੋਈ ਅਤੇ ਇਹ ਕਿਸਾਨ ਅੰਦੋਲਨ ਦੇ ਨਾਲ ਕਿਸਾਨ ਆਗੂਆਂ ਦੇ ਨਾਲ ਪੂਰੀ ਤਰ੍ਹਾਂ ਵਬਸਤਾ ਨੇ। ਇਸ ਤੋਂ ਅੱਗੇ ਸਾਡੀ ਧੀ ਕਰੁਣਾਜੀਤ ਕੌਰ, ਜਿਹੜੇ ਕਿ ਇੰਡੀਅਨ ਬਾਰਡਰ ਤਿਬਤੀਅਨ ਪੁਲਿਸ ਫੋਰਸ ਜਿਹੜੀ ਹੈਗੀ ਹੈ ਉਹਦੇ ਵਿੱਚ ਇਹਨਾਂ ਦੇ ਨਾਲ ਜਦੋਂ ਧੱਕਾ ਹੋਇਆ ਤਾਂ ਇਹਨਾਂ ਨੇ ਆਵਾਜ਼ ਬੁਲੰਦ ਕੀਤੀ। ਆਪਾਂ ਸਾਰੇ ਜਾਣਦੇ ਹਾਂ ਕਿ ਕਿੰਨੇ ਹੌਸਲੇ ਦੇ ਨਾਲ ਸਾਡੀ ਇਸ ਧੀ ਨੇ ਸਾਡੀਆਂ ਬੱਚੀਆਂ ਦਾ ਜਿਹੜਾ ਅਲੱਗ-ਅਲੱਗ ਤਰ੍ਹਾਂ ਉਹਨਾਂ ਨਾਲ ਅਨਿਆਂ ਹੁੰਦਾ ਹੈ ਜਾਂ ਸ਼ੋਸ਼ਣ ਕਰਨ ਦੀ ਕੋਸ਼ਿਸ਼ਾਂ ਕੀਤੀਆਂ ਜਾਂਦੀਆਂ ਨੇ, ਉਸ ਮੁੱਦੇ ਨੂੰ ਬਾਖੂਬੀ ਦੇ ਨਾਲ ਉਭਾਰਿਆ। ਸੋ ਸਾਰੇ ਪੰਜਾਬੀ ਇਹਨਾਂ ਨੂੰ ਬੜੀ ਅੱਛੀ ਤਰ੍ਹਾਂ ਜਾਣਦੇ ਆ। ਤਾਂ ਅਸੀਂ ਇਸ ਬੱਚੀ ਦੇ ਨਾਲ ਵੀ ਗੱਲ ਕੀਤੀ ਤਾਂ ਕਿ ਸਾਡਾ ਜਿਹੜਾ ਧੀਆਂ ਦਾ, ਭੈਣਾਂ ਦਾ, ਮਾਵਾਂ ਦਾ ਵਿੰਗ ਹੈ ਉਹ ਮਜ਼ਬੂਤ ਹੋ ਸਕੇ। ਇਹਨਾਂ ਤੋਂ ਅੱਗੇ ਸਰਦਾਰ ਕੁਲਦੀਪ ਸਿੰਘ ਈਸਾਪੁਰੀ, ਇਹ ਪੰਜਾਬ ਮੁਕਤੀ ਮੋਰਚਾ ਪਾਰਟੀ ਦੇ ਪੰਜਾਬ ਦੇ ਪ੍ਰਧਾਨ ਨੇ ਔਰ ਇਹ ਬਾਮ ਸੇਫ ਦੇ ਨਾਲ ਜੁੜੇ ਹੋਏ ਆ। ਮਾਨਯੋਗ ਬਾਮਨ ਮਹੇਸ਼ ਰਾਮ ਜੀ, ਜਿਨ੍ਹਾਂ ਨੇ ਪੂਰੇ ਭਾਰਤ ਦੇ ਵਿੱਚ ਕਮਜ਼ੋਰ ਵਰਗਾਂ ਦਾ ਹਰ ਇੱਕ ਮੁੱਦਾ ਉਭਾਰਨ ਦੇ ਲਈ ਮੇਰਾ ਖਿਆਲ ਹੈ ਕਿ 24 ਤੋਂ ਵੱਧ ਵਿੰਗ ਉਹਨਾਂ ਨੇ ਸਥਾਪਿਤ ਕੀਤੇ ਹੈ ਔਰ ਸੁਪਰੀਮ ਕੋਰਟ ਦੇ ਵਿੱਚ ਸਭ ਤੋਂ ਪਹਿਲੀ ਰਿਟ ਉਹਨਾਂ ਨੇ ਦਾਖਲ ਕੀਤੀ ਆ ਜਿਹੜੀਆਂ EVM ਮਸ਼ੀਨਾਂ ਦੇ ਖਿਲਾਫ। ਉਹਨਾਂ ਦੇ ਨਾਲ ਜੁੜੇ ਹੋਏ ਆ ਔਰ ਇਹ ਸਮੁੱਚੇ ਪੰਜਾਬ 'ਚ ਇਹਨਾਂ ਨੇ ਆਪਣੇ ਸਾਥੀਆਂ ਦੇ ਨਾਲ ਗੱਲ ਕਰਕੇ, ਮੈਂ ਵੀ ਬਹੁਤ ਥਾਵਾਂ 'ਤੇ ਗਿਆ ਜਿੱਥੇ ਜਿੱਥੇ ਇਹਨਾਂ ਨੇ ਮੈਨੂੰ ਕਿਹਾ, ਤਾਂ ਇਹ ਇਸ ਗੱਲ 'ਤੇ ਇੱਕਮਤ ਹੋਏ ਕਿ ਲੋਕ ਅਧਿਕਾਰ ਲਹਿਰ ਦੇ ਨਾਲ ਅਸੀਂ ਖੜਾਂਗੇ। ਇਸ ਤੋਂ ਅੱਗੇ ਸੁਰਿੰਦਰ ਟੋਨਾ ਜੀ ਬੈਠੇ ਹੈ। ਪੰਜਾਬ ਦੇ ਵਿੱਚ ਇੱਕ ਬਹੁਤ ਵੱਡਾ ਵਰਗ ਹੈ ਸਫਾਈ ਸੇਵਕਾਂ ਦਾ ਵਰਗ। ਲੋਕ ਅਧਿਕਾਰ ਲਹਿਰ ਉਹਨਾਂ ਨੂੰ ਸਫਾਈ ਦੇ ਰਾਜਦੂਤ ਕਹਿੰਦੀ ਹੈ, ਪਰ ਉਹਨਾਂ ਦੇ ਨਾਲ ਲੰਬੇ ਸਮੇਂ ਤੋਂ ਨਿਆਂ ਹੋ ਰਿਹਾ। ਆਪਾਂ ਦੇਖਦੇ ਹਾਂ ਕਿ ਹਰ ਚੌਥੇ 5ਵੇਂ ਹਫ਼ਤੇ ਇੱਕ ਖਬਰ ਆਉਂਦੀ ਹੈ ਕਿ ਸਫਾਈ ਸੇਵਕਾਂ ਦੀ ਕੰਮ ਕਰਦਿਆਂ ਦੀ, ਸੀਵਰੇਜ ਸਾਫ਼ ਕਰਦਿਆਂ ਦੀ ਮੌਤ ਹੋ ਗਈ। ਕਿੰਨੀ ਬਦਕਿਸਮਤੀ ਹੈ ਕਿ ਸਾਡੀਆਂ ਸਰਕਾਰਾਂ ਉਹ ਮਸ਼ੀਨਰੀ ਤੱਕ ਉਪਲਬਧ ਨਹੀਂ ਕਰਵਾ ਸਕੀਆਂ ਜਿਹਦੇ ਨਾਲ ਸਾਡੇ ਸ਼ਹਿਰਾਂ ਦੀ ਜਾਂ ਕਸਬਿਆਂ ਦੀ ਸੀਵਰੇਜ ਦੀ ਸਫਾਈ ਹੋ ਸਕੇ। ਸੋ ਨਗਰ ਕੌਂਸਲਾਂ ਤੇ ਨਗਰ ਨਿਗਮਾਂ ਦੇ ਵਿੱਚ ਜਿਹੜੇ ਸਫਾਈ ਕਰਮਚਾਰੀ ਹੈ, ਉਹਨਾਂ ਦੀ ਲੰਬੇ ਸਮੇਂ ਤੋਂ 2009 ਤੋਂ ਸ਼ਾਇਦ ਬਤੌਰ ਚੇਅਰਮੈਨ ਲੜਾਈ ਲੜਦੇ ਆ ਰਹੇ ਸੁਰਿੰਦਰ ਟੋਨਾ ਜੀ ਹੋਰਾਂ ਦੇ ਨਾਲ ਵੀ ਕਈ ਦੌਰ ਦੀਆਂ ਮੀਟਿੰਗਾਂ ਹੋਈਆਂ। ਇਹਨਾਂ ਨੇ ਲੋਕ ਅਧਿਕਾਰ ਲਹਿਰ ਦੇ ਮਨੋਰਥ ਨੂੰ ਸਮਝਿਆ। ਸੋ ਇਹਨਾਂ ਨੇ ਵੀ ਇਹ
ਵਾਅਦਾ ਕੀਤਾ ਸਾਡੇ ਨਾਲ ਔਰ ਸਾਡੇ ਨਾਲ ਬੈਠੇ ਹੈ ਕਿ ਅਸੀਂ ਪੂਰਾ ਵਰਗ ਜਿਹੜਾ ਹੈਗਾ ਉਹ ਲੋਕ ਅਧਿਕਾਰ ਲਹਿਰ ਦੇ ਨਾਲ ਖੜਾਂਗੇ। ਇਹਨਾਂ ਦੇ ਨਾਲ ਹੀ ਸਰਦਾਰ ਗੁਰਮੁਖ ਸਿੰਘ ਜੀ ਜਿਹੜੇ ਕਿ ਪਿੰਡਾਂ ਦੇ ਵਿੱਚ ਕਿਰਤੀ ਲੋਕ ਨੇ, ਜਿਨ੍ਹਾਂ ਦਾ ਮੈਂ ਜ਼ਿਕਰ ਕਰਕੇ ਪਹਿਲਾਂ ਹਟਿਆ, ਮਨਰੇਗਾ ਮਜ਼ਦੂਰ 15 ਲੱਖ ਤੋਂ ਵੱਧ ਮਨਰੇਗਾ ਮਜ਼ਦੂਰਾਂ ਦੇ ਜਿਹੜੇ ਕਾਰਡ ਨੇ ਉਹ ਬਣੇ ਹੋਏ ਨੇ, ਪਰ ਪੰਜਾਬ ਦੇ ਵਿੱਚ ਮਨਰੇਗਾ ਮਜ਼ਦੂਰਾਂ ਨੂੰ ਕੰਮ ਦੇਣ ਦੀ ਜਿਹੜੀ ਮਿਕਦਾਰ ਹੈ ਉਹ ਮਹਿਜ 20 ਦਿਨ ਹੈ ਸਾਲਾਨਾ, ਜਦੋਂ ਕਿ ਮਨਰੇਗਾ ਐਕਟ ਜਿਹੜਾ ਬਣਿਆ ਹੋਇਆ ਉਹਦੇ ਮੁਤਾਬਕ 100 ਦਿਨ ਕੰਮ ਲੈਣਾ ਇੱਕ ਮਨਰੇਗਾ ਕਾਰਡ ਹੋਲਡਰ ਦਾ ਜਿਹੜਾ ਹੈਗਾ ਉਹ ਕਾਨੂੰਨੀ ਹੱਕ ਹੈ। ਸੋ ਉਹਦੇ ਸੰਬੰਧੀ ਜਾਗਰੂਕਤਾ ਅਭਿਆਨ ਅਤੇ ਉਹਨਾਂ ਦੇ ਹੱਕਾਂ ਲਈ ਇਹ ਲਗਾਤਾਰ ਲੜਦੇ ਆ। ਲੋਕ ਅਧਿਕਾਰ ਲਹਿਰ ਦੇ ਸਾਥੀ ਇਹਨਾਂ ਦੇ ਪ੍ਰੋਗਰਾਮਾਂ 'ਚ ਸ਼ਾਮਲ ਹੁੰਦੇ ਰਹੇ ਹੈ ਤੇ ਹੁੰਦੇ ਰਹਿਣਗੇ। ਸੋ ਇਹਨਾਂ ਨੇ ਵੀ ਲੋਕ ਅਧਿਕਾਰ ਲਹਿਰ ਦੇ ਨਾਲ ਖੜਨ ਦਾ ਜਿਹੜਾ ਹੈਗਾ ਉਹ ਵਾਅਦਾ ਕੀਤਾ। ਹੁਣ ਸਭ ਤੋਂ ਮਹੱਤਵਪੂਰਨ ਗੱਲ ਕਿ ਅੱਜ ਦੀ ਆਪਾਂ ਪ੍ਰੈਸ ਕਾਨਫਰੰਸ ਜਿਹੜੀ ਹੈਗੀ ਆ ਉਹ ਕਿਉਂ ਕੀਤੀ ਹੈ। ਅੱਜ ਦੀ ਪ੍ਰੈਸ ਕਾਨਫਰੰਸ ਦੇ ਵਿੱਚ ਇਹਨਾਂ ਸਾਰੇ ਬੁੱਧੀਜੀਵੀਆਂ ਤੇ ਸਾਥੀਆਂ ਦੇ ਨਾਲ ਰਲ ਕੇ ਇਹ ਫੈਸਲਾ ਕੀਤਾ ਗਿਆ ਹੈ ਕਿ ਲੋਕ ਅਧਿਕਾਰ ਲਹਿਰ ਜਿਹੜਾ ਕਿ ਹੁਣ ਹੌਲੀ ਹੌਲੀ ਪੰਜਾਬ ਦੇ ਵਿੱਚ ਇੱਕ ਬਾਬਾ ਬੋਹੜ ਦਾ ਰੂਪ ਧਾਰਨ ਕਰਦੀ ਜਾ ਰਹੀ ਹੈ, ਉਹਦੀ ਇੱਕ ਸ਼ਾਖਾ ਜਿਹੜੀ ਹੈ ਉਹ ਪੋਲੀਟੀਕਲ ਵਿੰਗ ਹੋਏਗਾ। ਸੋ ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ 2 ਮਹੀਨਿਆਂ ਦੇ ਵਿੱਚ ਇਹ ਫੈਸਲਾ ਕੀਤਾ ਹੈ ਕਿ ਸਮੁੱਚੇ ਪੰਜਾਬ 'ਚ ਅਸੀਂ ਰਾਜਨੀਤਿਕ ਵਿੰਗ ਨੂੰ ਮਜ਼ਬੂਤ ਕਰਨ ਵਾਸਤੇ ਲੋਕ ਅਧਿਕਾਰ ਲਹਿਰ ਦਾ ਹਰ ਪਿੰਡ ਦੇ ਵਿੱਚ ਲੋਕ ਅਧਿਕਾਰ ਸਭਾ ਬਣਾ ਕੇ ਤੇ ਹਰ ਹਲਕੇ ਦੇ ਵਿੱਚ ਇੱਕ ਲੋਕ ਅਧਿਕਾਰ ਕਮੇਟੀ ਬਣਾ ਕੇ ਜਿਹੜਾ ਹੈਗਾ ਉਹ ਮੁਹਿੰਮ ਸ਼ੁਰੂ ਕਰਨੀ ਹੈ। ਉਹਦੇ ਲਈ ਬਹੁਤ ਥਾਵਾਂ ਦੇ ਉੱਤੇ ਘੱਟੋ ਘੱਟ 10 ਤੇ 25 ਮੈਂਬਰਾਂ ਤੱਕ ਜਿਹੜੇ ਮੈਂਬਰ ਉਹ ਚੁਣ ਲਏ ਗਏ ਹੈ ਹਲਕਾ ਕਮੇਟੀਆਂ ਦੇ ਵਿੱਚ, ਤੇ ਹਰ ਹਲਕੇ 'ਚ 125 ਮੈਂਬਰਾਂ ਦੀ ਇੱਕ ਕਮੇਟੀ ਬਣੇਗੀ। ਸੋ ਜਿਹੜਾ ਅੱਜ ਬਰੋਸ਼ਰ ਜਾਰੀ ਕੀਤਾ ਹੈ ਉਹਦੇ 'ਚ ਮਹੱਤਵਪੂਰਨ ਗੱਲਾਂ ਇਹ ਨੇ ਕਿ ਅਗਰ ਆਪਾਂ ਪੰਜਾਬ ਬਚਾਉਣਾ ਹੈ ਤਾਂ ਆਪਾਂ ਸਾਰੇ ਜਾਣਦੇ ਹਾਂ ਕਿ ਹਰ ਖੇਤਰ ਦੇ ਵਿੱਚ ਹਰ ਵਰਗ ਦੇ ਵਿੱਚ ਇੱਕ ਮਾਫੀਆ ਪੈਦਾ ਹੋ ਗਿਆ, ਭਾਵੇਂ ਉਹ ਰੇਤਾ ਹੋਵੇ, ਭਾਵੇਂ ਸ਼ਰਾਬ ਹੋਵੇ, ਜ਼ਮੀਨੀ ਮਾਫੀਆ ਹੋਵੇ, ਆ ਤੁਹਾਡੇ ਡਿਪਾਰਟਮੈਂਟ ਦੇ ਨਾਲ ਜੁੜਿਆ ਹੋਇਆ ਮੀਡੀਆ ਮਾਫੀਆ ਹੋਵੇ। ਸੋ ਹਰ ਤਰ੍ਹਾਂ ਦਾ ਜਿਹੜਾ ਮਾਫੀਆ ਹੈ ਜਦੋਂ ਆਪਾਂ ਉਹਦੀਆਂ ਜੜ੍ਹਾਂ ਤੱਕ ਜਾਂਦੇ ਹਾਂ ਤਾਂ ਉਹ ਰਾਜਨੀਤਿਕ ਮਾਫੀਏ ਦੇ ਨਾਲ ਜਾ ਕੇ ਜੁੜ ਜਾਂਦੀਆਂ। ਸੋ ਜੂਆ ਮਾਰਨ ਵਾਸਤੇ ਝੋਟਾ ਮਾਰਨਾ ਪਏਗਾ। ਉਹਦੇ ਵਾਸਤੇ ਲੋਕ ਅਧਿਕਾਰ ਲਹਿਰ ਨੇ ਇੱਕ ਬੜਾ ਮਜ਼ਬੂਤ ਤੇ ਸਖਤ ਫੈਸਲਾ ਲਿਆ ਹੈ ਕਿ ਹੁਣ ਤੱਕ ਵਿਧਾਨ ਸਭਾ ਦੀਆਂ ਪੌੜੀਆਂ ਚੜ੍ਹਦੀਆਂ ਭ੍ਰਿਸ਼ਟ ਪੋਲੀਟੀਕਲ ਪਾਰਟੀਆਂ ਜਿਹੜੀਆਂ ਹੈਗੀਆਂ ਉਹਨਾਂ ਦੇ ਪਹਿਲਾਂ ਰਹਿ ਚੁੱਕੇ ਜਾਂ ਉਹਨਾਂ ਵੱਲੋਂ ਇਲੈਕਸ਼ਨਾਂ ਲੜ ਚੁੱਕੇ ਉਮੀਦਵਾਰ ਜਿਹੜੇ ਹੈਗੇ ਆ ਉਹ ਲੋਕ ਅਧਿਕਾਰ ਲਹਿਰ ਦੇ ਸਿਆਸੀ ਵਿੰਗ ਲਈ ਨਾਮਜ਼ਦ ਨਹੀਂ ਕੀਤੇ ਜਾਣਗੇ। ਕਹਿਣ ਦਾ ਭਾਵ ਵੀ ਉਹਨਾਂ ਨੂੰ ਉਮੀਦਵਾਰੀ ਨਹੀਂ ਦਿੱਤੀ ਜਾਏਗੀ। ਦੂਸਰੀ ਵੱਡੀ ਗੱਲ ਇਹ ਹੈ ਕਿ ਜਿਸ ਵੇਲੇ ਵੱਖ-ਵੱਖ ਪਾਰਟੀਆਂ ਦੇ ਉਮੀਦਵਾਰ ਕਿਸੇ ਇੱਕ ਬੰਦੇ ਵੱਲੋਂ ਚੁਣ ਕੇ ਇਲੈਕਸ਼ਨ ਲੜਨ ਦੇ ਲਈ ਆਉਂਦੇ ਆ ਹਲਕੇ ਦੇ ਵਿੱਚ ਤਾਂ ਉਹਨਾਂ ਨੂੰ ਬਹੁਤ ਸਾਰੇ ਲੋਕ ਉਹਨਾਂ ਤੇ ਸੱਟਾ ਲਾਉਂਦੇ ਆ। ਕੋਈ ਲੱਖ ਰੁਪਈਆ ਦਿੰਦਾ ਹੈ, ਕੋਈ 5 ਲੱਖ ਦਿੰਦਾ ਹੈ, ਕੋਈ 2 ਲੱਖ ਦਿੰਦਾ, ਔਰ ਉਹਦੀਆਂ ਤਸਵੀਰਾਂ ਵੀ ਮੀਡੀਆ 'ਚ ਛਪਦੀਆਂ। ਲੋਕ ਅਧਿਕਾਰ ਲਹਿਰ ਦਾ ਮੰਨਣਾ ਇਹ ਹੈ ਕਿ ਉਹ ਬਹੁਤ ਸਾਰਾ ਮੋਟਾ ਰੁਪਈਆ ਦੇਣ ਵਾਲੇ ਲੋਕ ਉਹ ਹੁੰਦੇ ਆ ਜਿਨ੍ਹਾਂ ਨੇ ਤਹਿਸੀਲਾਂ 'ਚ, ਥਾਣਿਆਂ 'ਚ ਜਾਂ ਹੋਰ ਵੱਖ-ਵੱਖ ਵਿਭਾਗਾਂ ਦੇ ਵਿੱਚ ਆਮ ਜਨਤਾ ਦੀ ਛਿੱਲ ਪੱਟਣੀ ਹੈ। ਉਹ ਹੁੰਦੇ ਆ ਜਿਨ੍ਹਾਂ ਨੇ ਬਿਹਾਰ ਤੋਂ, ਯੂਪੀ ਤੋਂ ਸਸਤਾ ਝੋਨਾ ਲਿਆ ਕੇ 800-900 ਰੁਪਈਏ ਨੂੰ ਇੱਥੇ 1900 ਰੁਪਈਏ ਨੂੰ ਵੇਚਣਾ ਹੈ, ਥਾਣਿਆਂ 'ਚੋਂ ਦਲਾਲੀ ਖਾਣੀ ਹੈ। ਸੋ ਉਸ ਸਿਸਟਮ ਨੂੰ ਬੰਦ ਕਰਨ ਵਾਸਤੇ ਲੋਕ ਅਧਿਕਾਰ ਲਹਿਰ ਦਾ ਫੈਸਲਾ ਹੈ ਕਿ ਉਹਦਾ ਉਮੀਦਵਾਰ ਕਿਸੇ ਤੋਂ ਚੋਣ ਫੰਡ ਨਹੀਂ ਲਏਗਾ, ਉਹ ਚੋਣ ਫੰਡ ਨਹੀਂ ਲਏਗਾ। ਅਸੀਂ ਹੁਣ ਤੱਕ ਲੀਡਰ ਚੁਣਦੇ ਰਹੇ ਹਾਂ। ਲੋਕ ਅਧਿਕਾਰ ਲਹਿਰ ਦਾ ਮੰਨਣਾ ਹੈ ਕਿ ਹੁਣ ਸਾਨੂੰ ਨੁਮਾਇੰਦਾ ਚੁਣਨਾ ਪਏਗਾ ਔਰ ਉਸ ਨੁਮਾਇੰਦੇ ਦੀ ਜਿਹੜੀ ਚੋਣ ਹੈ ਉਸ ਉਮੀਦਵਾਰ ਦੀ ਲੋਕ ਅਧਿਕਾਰ ਲਹਿਰ ਦੇ ਉਹਦਾ ਸਮੁੱਚਾ ਇਲੈਕਸ਼ਨ ਹਲਕਾ ਕਮੇਟੀ ਲੜੇਗੀ। ਸੋ ਇਹ ਸਾਰੀਆਂ ਗੱਲਾਂ ਜਿਹੜੀਆਂ ਹੈਗੀਆਂ ਉਹ ਬਿਲਕੁਲ ਪਾਰਦਰਸ਼ੀ ਹੋਏਗਾ।
ਉਹਦੇ ਤੋਂ ਇਲਾਵਾ ਜਨਤਕ ਤੌਰ ਦੇ ਉੱਤੇ ਲੋਕ ਅਧਿਕਾਰ ਲਹਿਰ ਵੱਲੋਂ ਜਿਹੜੇ ਉਮੀਦਵਾਰ ਹੋਣਗੇ ਉਹਨਾਂ ਨੂੰ ਇਹ ਐਲਾਨ ਕਰਨਾ ਹੋਏਗਾ ਕਿ ਉਹ ਜਿੱਤਣ ਤੋਂ ਬਾਅਦ ਤਨਖਾਹ ਨਹੀਂ ਲੈਣਗੇ, ਕੇਵਲ ਭੱਤਿਆਂ ਦੇ ਉੱਤੇ ਕੰਮ ਕਰਨਗੇ ਔਰ ਭੱਤੇ ਜਿਹੜੇ ਹੈਗੇ ਆ ਉਹਨਾਂ ਦਾ ਵੀ ਰਿਵਿਊ ਕੀਤਾ ਜਾਏਗਾ। ਸੋ ਲੋਕ ਅਧਿਕਾਰ ਲਹਿਰ ਦਾ ਜਿਹੜਾ ਸਮੁੱਚਾ ਸੰਗਠਨ ਹੈ, ਜਿਹਦੇ 'ਚ ਪੰਜਾਬ ਦੇ ਹਜ਼ਾਰਾਂ ਲੋਕ ਸ਼ਾਮਲ ਹੋਣਗੇ, ਉਸ ਸੰਗਠਨ ਦੇ ਵਿੱਚ ਲੋਕਾਂ ਦੇ ਹੱਕਾਂ ਦੀ ਪ੍ਰਤੀਨਿਧਤਾ ਕਰਨ ਦੇ ਲਈ ਲੋਕ ਅਧਿਕਾਰ ਲਹਿਰ ਜਿਹੜੀ ਹੈਗੀ ਹੈ ਉਹ ਸਮੁੱਚੇ ਰੂਪ ਦੇ ਵਿੱਚ ਭਾਰੂ ਰਹੇਗੀ, ਤਾਂ ਕਿ ਲੋਕਾਂ ਦੇ ਹੱਕ ਜਿਹੜੇ ਹੈਗੇ ਆ ਉਹ ਨਾ ਮਾਰੇ ਜਾਣ। ਹਰ ਹਲਕੇ ਦੇ ਵਿੱਚ ਉਮੀਦਵਾਰ ਦੀ ਚੋਣ ਲਈ ਜਿਹੜੇ ਇਹ ਮੌਜੂਦ ਵਿਦਵਾਨ ਨੇ, ਸਾਡੇ ਬਜ਼ੁਰਗ ਨੇ, ਇਹਨਾਂ ਦੀ ਰਾਏ ਦੇ ਨਾਲ, ਹਲਕਾ ਕਮੇਟੀ ਦੀ ਸਲਾਹ ਦੇ ਨਾਲ ਹਰ ਉਮੀਦਵਾਰ ਦਾ ਫੈਸਲਾ ਜਿਹੜਾ ਉਹ ਹਲਕੇ 'ਚ ਹੋਏਗਾ। ਸੋ ਇਹ ਕੁਝ ਖਾਸ ਪਹਿਲੂ ਨੇ। ਅੱਜ ਦੇ ਬਰੋਸ਼ਰ ਦੇ ਵਿੱਚ 5 ਭਾਗ ਨੇ। ਪਹਿਲੇ ਭਾਗ ਦੇ ਵਿੱਚ ਕੁਝ ਗੱਲਾਂ ਜਿਨ੍ਹਾਂ ਦਾ ਮੈਂ ਜ਼ਿਕਰ ਕਰ ਦਿੱਤਾ ਹੈ ਕਿ ਸਾਨੂੰ ਸਾਰਿਆਂ ਨੂੰ, ਆਮ ਲੋਕਾਂ ਨੂੰ ਇਕੱਠੇ ਹੋਣ ਦੀ ਲੋੜ ਕਿਉਂ ਪਈ। ਇਹ ਸਾਰੇ ਸੱਜਣ ਰਿਟਾਇਰ ਹੋ ਕੇ ਬੜਾ ਅੱਛਾ ਜੀਵਨ ਜਿਉ ਰਹੇ ਸੀ। ਮੈਂ ਤੇ ਰੁਪਿੰਦਰ ਸਰਕਾਰੀ ਨੌਕਰੀ ਕਰ ਰਹੇ ਸੀ। ਇਸੇ ਤਰ੍ਹਾਂ ਦੂਸਰੇ ਸਾਥੀ ਵੀ ਕੰਮ ਕਰ ਰਹੇ ਆਪੋ ਆਪਣਾ। ਪਹਿਲੇ ਭਾਗ ਦੇ ਵਿੱਚ ਇਹ ਦੱਸਿਆ ਗਿਆ ਹੈ ਕਿ ਅਸੀਂ ਕਿਉਂ ਜੁੜੇ ਹਾਂ, ਮਜਬੂਰਨ ਜੁੜੇ ਹਾਂ, ਸ਼ੌਂਕ ਨਹੀਂ ਹੈ। ਕਿਉਂਕਿ ਸਿਆਸਤ ਜਿਹੜੀ ਹੈ ਉਹ ਜੀਵਨ ਦੇ ਹਰ ਪਹਿਲੂ ਨੂੰ ਜਿਹੜਾ ਹੈਗਾ ਉਹ ਪ੍ਰਭਾਵਿਤ ਕਰਦੀ ਹੈ। ਸਾਡੇ ਪਾਈ ਕਮੀਜ਼ ਦਾ ਮੁੱਲ ਤੈਅ ਕਰਨਾ, ਰੇਤਾ ਬਜਰੀ ਸ਼ਰਾਬ ਟਰਾਂਸਪੋਰਟ ਦਾ ਰੈਵਨਿਊ ਖਜ਼ਾਨੇ 'ਚ ਜਾਏਗਾ ਜਾਂ ਲੋਕਾਂ ਦੇ ਘਰਾਂ 'ਚ ਹੀ ਤੁਰਿਆ ਜਾਏਗਾ, ਇਹ ਤੈਅ ਕਰਨਾ, ਐਜੂਕੇਸ਼ਨ, ਹੈਲਥ, ਇੰਪਲਾਇਮੈਂਟ, ਆਲੇ ਦੁਆਲੇ ਦੀ ਸਾਫ਼ ਸਫਾਈ, ਹਵਾ ਪਾਣੀ ਮਿੱਟੀ ਨੂੰ ਬਚਾ ਕੇ ਰੱਖਣਾ, ਗੱਲ ਕੀ ਸਾਰਾ ਕੁਝ ਜਿਹੜਾ ਹੈਗਾ ਉਹ ਸਿਆਸਤ ਦੇ ਨਾਲ ਜੁੜਿਆ ਹੋਇਆ। ਸੋ ਪਹਿਲਾ ਜਿਹੜਾ ਇਹਦਾ ਲੋਕ ਅਧਿਕਾਰ ਲਹਿਰ ਵੱਲੋਂ ਬਰੋਸ਼ਰ ਜਾਰੀ ਕੀਤਾ ਗਿਆ, ਉਹਦੇ ਪਹਿਲੇ ਪਾਰਟ ਦੇ ਵਿੱਚ ਇਹ ਹੈ ਕਿ ਅਸੀਂ ਕਿਉਂ ਇਹ ਫੈਸਲਾ ਲਿਆ। ਦੂਸਰੇ ਪਾਰਟ ਦੇ ਵਿੱਚ ਹੈ ਕਿ ਜਿਹੜਾ ਉਮੀਦਵਾਰ ਆਪਾਂ ਚੁਣਨਾ ਹੈ ਉਹਦੇ 'ਚ ਯੋਗਤਾਵਾਂ ਕੀ ਹੋਣਗੀਆਂ, ਕਿਹੜੀਆਂ ਸ਼ਰਤਾਂ ਉਹਦੇ ਤੇ ਲਾਗੂ ਹੋਣਗੀਆਂ। ਤੀਸਰਾ ਮਹੱਤਵਪੂਰਨ ਪਹਿਲੂ ਇਹ ਹੈ ਕਿ ਉਹਦੀ ਚੋਣ ਕਿਸ ਤਰ੍ਹਾਂ ਹੋਏਗੀ। ਚੌਥਾ ਫਿਰ ਇਹ ਹੈ ਕਿ ਜਦੋਂ ਉਹ ਉਮੀਦਵਾਰ ਚੁਣ ਲਿਆ ਜਾਂਦਾ ਹੈ ਔਰ ਲੋਕਾਂ ਦੇ ਸਹਿਯੋਗ ਨਾਲ ਜੇ ਉਹਨੂੰ ਅਸ਼ੀਰਵਾਦ ਮਿਲਦਾ ਹੈ ਤਾਂ ਫਿਰ ਉਹਦੇ ਟੀਚੇ ਕੀ ਨੇ, ਇਹ ਪਹਿਲਾਂ ਨਿਰਧਾਰਿਤ ਕਰ ਦਿੱਤੇ ਗਏ ਆ। ਅਖੀਰ ਦੇ ਉੱਤੇ ਇੱਕ ਪੰਜਵਾਂ ਜਿਹੜਾ ਹੈ ਉਹ ਪ੍ਰਣ ਪੱਤਰ ਹੈ ਕਿ ਅਗਰ ਤੁਸੀਂ ਸੱਚਮੁੱਚ ਆਪਣੇ ਬੱਚਿਆਂ ਦਾ ਭਵਿੱਖ ਲੋੜਦੇ ਹੋ, ਆਪਣੇ ਸੂਬੇ ਨੂੰ ਤਰੱਕੀ ਕਰਦਾ ਦੇਖਣਾ ਚਾਹੁੰਦੇ ਹੋ, ਆਪਣੀਆਂ ਨਿਤ ਜੀਵਨ ਦੀਆਂ ਮੁਸ਼ਕਲਾਂ ਤੋਂ ਨਿਜਾਤ ਪਾਉਣਾ ਚਾਹੁੰਦੇ ਹੋ, ਤਾਂ ਤੁਹਾਨੂੰ ਇਹ ਪ੍ਰਣ ਪੱਤਰ ਜਿਹੜਾ ਹੈਗਾ ਭਰ ਕੇ WhatsApp ਰਾਹੀਂ, ਈਮੇਲ ਦੇ ਜ਼ਰੀਏ ਸਾਨੂੰ ਭੇਜਣਾ ਹੋਏਗਾ। ਲੋਕ ਅਧਿਕਾਰ ਲਹਿਰ ਦੀ ਜਿਹੜੀ ਮਤਲਬ ਜਿੱਥੇ ਦਫ਼ਤਰ ਹੈਗਾ। ਸੋ ਅੱਜ ਇਹਨਾਂ ਸਾਰੇ ਬੁੱਧੀਜੀਵੀਆਂ ਵੱਲੋਂ ਬਾਈਟ ਵੀ ਪਹਿਲਾਂ ਦਿੱਤੀਆਂ ਜਾ ਚੁੱਕੀਆਂ ਨੇ, ਜਿਹਦੇ 'ਚ ਪੰਜਾਬ ਦੇ ਦਰਦੀਆਂ ਨੂੰ, ਸੂਝਵਾਨਾਂ ਨੂੰ, ਪੰਜਾਬ ਦੇ ਹਰ ਵਾਸੀ ਨੂੰ ਜਿਹਨੇ ਇਸ ਮਿੱਟੀ ਤੇ ਜਨਮ ਲਿਆ ਅਪੀਲ ਕੀਤੀ ਹੈ ਕਿ ਆਓ ਆਪਾਂ ਰਲ ਕੇ ਸੁਚੱਜੇ ਢੰਗ ਦੇ ਨਾਲ ਜਿਹੜਾ ਹੈਗਾ ਅੱਗੇ ਵਧੀਏ। ਸੋ ਸਭ ਤੋਂ ਇੰਪੋਰਟੈਂਟ ਗੱਲ ਜਿਹੜੀ ਹੋਰ ਦੱਸਣੀ ਹੈ ਕਿ ਟੀਚਿਆਂ ਤੋਂ ਬਾਅਦ ਉਹਨਾਂ ਟੀਚਿਆਂ ਦੀ ਪੂਰਤੀ ਕਿਵੇਂ ਹੋਏਗੀ, ਉਹਦੇ ਲਈ ਵੱਖ-ਵੱਖ ਜਿਹੜੇ ਖੇਤਰਾਂ ਦੇ ਮਾਹਰ ਨੇ, ਬਹੁਤ ਸਾਰੇ ਸੱਜਣ ਅਸੀਂ ਜ਼ਿਕਰ ਕੀਤਾ ਸੀ ਕਿ ਅੱਜ ਮਹਿਜ ਅਸੀਂ ਚੌਥਾ ਹਿੱਸਾ ਜਿਹੜਾ ਹੈਗਾ ਲੋਕ ਅਧਿਕਾਰ ਲਹਿਰ ਦਾ ਉਹ ਪੇਸ਼ ਕਰਾਂਗੇ। ਜਿਹੜਾ 75% ਹਿੱਸਾ ਹੈ ਇਹਨਾਂ ਆਗੂਆਂ ਦੀ ਅਗਵਾਈ 'ਚ ਪਿੱਛੇ ਕੰਮ ਕਰ ਰਿਹਾ ਅਜੇ। ਐਜੂਕੇਸ਼ਨ ਕਿਸ ਤਰ੍ਹਾਂ ਉੱਪਰ ਜਾਏਗੀ, ਹੈਲਥ 'ਚ ਸਾਨੂੰ ਕੀ ਕਰਨਾ ਪਏਗਾ, ਸਹਿਕਾਰੀ ਤੇ ਕੋਆਪਰੇਟਿਵ ਖੇਤੀ ਮਾਡਲ ਜਿਹੜਾ ਹੈਗਾ ਉਹ ਕੀ ਹੋਵੇ ਜਿਹਦੇ ਨਾਲ ਪੰਜਾਬ ਦੇ ਕਿਸਾਨ ਦੀ ਆਮਦਨੀ ਸਹੀ ਸ਼ਬਦਾਂ 'ਚ ਵੱਧ ਸਕੇ, ਜਿਹੜੇ ਕਿਰਤੀ ਨੇ ਪੰਜਾਬ ਦੇ ਉਹਨਾਂ ਦੇ ਅਧਿਕਾਰ ਕਿਵੇਂ ਮਹਿਫੂਜ਼ ਹੋਣ, ਇੰਡਸਟਰੀ ਜਿਹੜੀ ਹੈਗੀ ਹੈ ਉਹਨੂੰ ਅਸੀਂ ਕਿਵੇਂ ਉੱਪਰ ਲਿਜਾ ਸਕਦੇ ਹਾਂ ਔਰ ਖੇਤੀ ਆਧਾਰਿਤ ਸਨਅਤਾਂ ਜਿਹੜੀਆਂ ਹੈਗੀਆਂ ਉਹ ਪੰਜਾਬ ਦੇ ਵਿੱਚ ਕਿਸ ਤਰ੍ਹਾਂ ਆ ਸਕਦੀਆਂ।
ਇਸੇ ਤਰ੍ਹਾਂ ਪੁਲਿਸ ਤੇ ਪ੍ਰਸ਼ਾਸਨ 'ਚ ਭ੍ਰਿਸ਼ਟਾਚਾਰ ਜਿਹੜਾ ਹੈਗਾ ਉਹਦੇ ਖਾਤਮੇ ਦੇ ਲਈ ਕੀ ਕੀਤਾ ਜਾ ਸਕਦਾ ਹੈ। ਸੋ ਅਲੱਗ-ਅਲੱਗ ਵਿਸ਼ਿਆਂ ਦੇ ਉੱਤੇ ਟੀਮਾਂ ਜਿਹੜੀਆਂ ਹੈਗੀਆਂ ਉਹਨਾਂ ਦਾ ਗਠਨ ਕੀਤਾ ਗਿਆ ਹੈ। ਉਹ ਜਦੋਂ ਵੀ ਇਹ ਫੈਸਲਾ ਕਰਨਗੇ ਤਾਂ ਉਹਨਾਂ ਦਾ ਐਲਾਨ ਜਿਹੜਾ ਹੈ ਪਬਲਿਕਲੀ ਵੀ ਕਰ ਦਿੱਤਾ ਜਾਏਗਾ। ਹੁਣ ਸਾਰਿਆਂ ਨੇ ਇਹ ਕਿਹਾ ਹੈ ਕਿ ਸਾਨੂੰ ਕੰਮ ਕਰਨ ਦਿਓ, ਸਾਨੂੰ ਛੇੜੋ ਨਾ, ਸਾਨੂੰ ਇਹ ਨਹੀਂ ਹੈ ਕਿ ਅਸੀਂ ਮੂਹਰੇ ਆਉਣਾ ਹੈ। ਸੋ 30 ਸਤੰਬਰ ਤੱਕ ਸਭ ਨੂੰ ਟੀਚਾ ਦਿੱਤਾ ਗਿਆ ਹੈ ਕਿ ਤੁਸੀਂ ਆਪਣੀਆਂ ਰਿਪੋਰਟਾਂ ਜਿਹੜੀਆਂ ਹੈਗੀਆਂ ਉਹ ਮਾਨਯੋਗ ਵਿਦਵਾਨਾਂ ਨੂੰ ਦੇਣੀਆਂ ਨੇ। ਤਾਂ ਉਸ ਤੋਂ ਬਾਅਦ ਫਿਰ ਸਾਰਿਆਂ ਦੀ ਰਾਏ ਦੇ ਨਾਲ ਉਹ ਵਿਚਾਰ ਕੇ ਜਿਹੜਾ ਹੈਗਾ ਉਹ ਆਪ ਸਭ ਪੰਜਾਬ ਵਾਸੀਆਂ ਦੇ ਤੇ ਜਿਹੜੇ ਪੱਤਰਕਾਰ ਸਾਹਿਬਾਨ ਹੈ ਇਹਨਾਂ ਦੇ ਸਾਹਮਣੇ ਰੱਖ ਦਿੱਤੀਆਂ ਜਾਣਗੀਆਂ। ਮੇਰਾ ਖਿਆਲ ਹੈ ਕਿ ਮੇਰੀ ਗੱਲ ਜਿਹੜੀ ਹੈਗੀ ਹੈ ਉਹ ਮੁਕੰਮਲ ਹੋ ਚੁੱਕੀ ਹੈ। ਮੈਂ ਬੜਾ ਸਧਾਰਨ ਜਿਹਾ ਵਿਅਕਤੀ ਹਾਂ। ਮੈਂ ਵੀ ਸਾਰਿਆਂ ਨੂੰ ਬੇਨਤੀ ਕਰਦਾ ਕਿ ਪੰਜਾਬ ਵਾਸੀ ਜਿਹੜੇ ਹੈਗੇ ਆ ਉਹਨਾਂ ਨੂੰ ਲੋਕ ਅਧਿਕਾਰ ਲਹਿਰ ਵੱਲੋਂ ਅਸੀਂ ਖੁੱਲ੍ਹੀ ਹਾਕ ਮਾਰਦੇ ਹਾਂ। ਕੋਈ ਇਹ ਨਹੀਂ ਹੈ ਕਿ ਕੋਈ ਸਾਡਾ ਚਾਚਾ ਜਾਂ ਫੁੱਫੜ ਜਾਂ ਤਾਇਆ ਜਾਂ ਕੋਈ ਸਾਡਾ ਨਜ਼ਦੀਕੀ ਜਿਹੜਾ ਹੈਗਾ ਹਰ ਪੰਜਾਬੀ ਅਸੀਂ ਪਰਿਵਾਰ ਹਾਂ ਇੱਕ, ਜਿੰਨੇ ਵੀ ਪੰਜਾਬ 'ਚ ਲੋਕ ਜਨਮੇ ਆ ਤੇ ਰਹਿ ਰਹੇ ਹਾਂ। ਸੋ ਆਪਾਂ ਇਸ ਪੰਜਾਬ ਨੂੰ ਬਚਾਉਣ ਲਈ ਇਕੱਠੇ ਹੋਈਏ ਤਾਂ ਇਹਨਾਂ ਆਗੂਆਂ ਦੀ ਸੁਚੱਜੀ ਰਹਿਨੁਮਾਈ ਦੇ ਨਾਲ ਆਪਾਂ ਫੈਸਲੇ ਲਈਏ ਤੇ ਅੱਗੇ ਵਧੀਏ। ਸੋ ਕਿਸੇ ਤਰ੍ਹਾਂ ਦਾ ਕੋਈ ਸਵਾਲ ਹੋਵੇ ਤਾਂ ਸਵਾਲ ਕੀਤਾ ਜਾ ਸਕਦਾ ਹੈ। ਮਿਹਰਬਾਨੀ। ਮੇਰਾ ਖਿਆਲ ਹੁਣ ਮੈਂ ਬੇਨਤੀ ਕਰਦਾ ਹਾਂ ਮਾਨਯੋਗ ਡਾਕਟਰ ਕਿਰਪਾਲ ਸਿੰਘ ਔਲਖ ਹੋਰਾਂ ਨੂੰ ਕਿ ਇਹ ਮਤਲਬ ਦੱਸਣਗੇ ਤੁਹਾਨੂੰ ਕਿ ਅਸੀਂ ਕਿਉਂ ਇਹਨਾਂ ਨੂੰ ਉਠਾ ਕੇ ਲਿਆਏ ਆ ਘਰਾਂ 'ਚੋਂ। ਮਿਹਰਬਾਨੀ। ਲਾਉਣਾ ਪਏਗਾ ਪਲੀਜ਼। ਲੋਕ ਅਧਿਕਾਰ ਲਹਿਰ ਦਾ ਪਰਿਵਾਰ ਔਰ ਬਹੁਤ ਹੀ ਪਿਆਰੇ ਮੀਡੀਆ ਵੱਲੋਂ ਆਏ ਦੋਸਤੋ, ਮੈਂ ਮੇਰਾ ਖਿਆਲ 15-16 ਸਾਲਾਂ ਬਾਅਦ ਪ੍ਰੈਸ ਦੇ ਰੂਬਰੂ ਹੋ ਰਿਹਾ। ਕੁਛ ਹੀ ਸੱਜਣ ਪੁਰਾਣੇ ਮਿਲੇ ਨੇ, ਬਾਕੀ ਨਵੀਂ ਪਨੀਰੀ ਹੈ। ਤੁਹਾਡਾ ਸਾਰਿਆਂ ਦਾ ਸਾਡੇ ਵੱਲੋਂ ਬਹੁਤ ਬਹੁਤ ਵੈਲਕਮ, ਬਹੁਤ ਬਹੁਤ ਧੰਨਵਾਦ। ਤੁਸੀਂ ਟਾਈਮ ਕੱਢ ਕੇ ਕਰੋਨਾ ਦੇ ਚੱਕਰ ਦੇ ਵਿੱਚ ਹੁੰਦਿਆਂ ਹੋਇਆਂ ਸਾਨੂੰ ਹੌਸਲਾ ਅਫਜ਼ਾਈ ਕਰਨ ਵਾਸਤੇ ਆਏ ਹਾਂ। ਪ੍ਰੈਸ ਦਾ ਬੜਾ ਵੱਡਾ ਰੋਲ ਹੈ ਔਰ ਤੁਸੀਂ ਪੰਜਾਬ ਦੀ ਪ੍ਰੈਸ ਖਾਸ ਕਰਕੇ ਬਹੁਤ ਅੱਛਾ ਰੋਲ ਨਿਭਾਉਂਦੀ ਆ ਰਹੀ ਹੈ। ਅਸੀਂ ਤੁਹਾਡੇ ਫਿਰ ਧੰਨਵਾਦੀ ਹਾਂ। ਲਾਈਟ ਨੇੜੇ ਕਰੋ, ਨੇੜੇ ਆ ਰਹੀ ਆਵਾਜ਼? ਹਾਂ ਹੋਣਾ। ਓਕੇ, ਸੌਰੀ। ਸੋ ਤੁਹਾਡਾ ਬਹੁਤ ਬਹੁਤ ਧੰਨਵਾਦ। ਬਲਵਿੰਦਰ ਸਿੰਘ ਹੁਣਾਂ ਨੇ ਬੜੇ ਸੰਖੇਪ ਸ਼ਬਦਾਂ ਵਿੱਚ ਹੀ, ਕਿਉਂਕਿ ਅੱਜ ਜਿਹੜਾ ਸਮਾਂ ਉਹਦੇ ਅਸੀਂ ਬਹੁਤਾ ਲੰਬਾ ਚੌੜਾ ਨਹੀਂ ਦੱਸਣਾ। ਇਹ ਸਾਡਾ ਇਨੌਗਰਲ ਸੈਸ਼ਨ ਆ ਇੱਕ ਕਿਸਮ ਦਾ, ਸਾਡੇ ਸਾਰੇ ਸਾਥੀਆਂ ਦਾ। ਸਮਾਂ ਆਉਂਦੇ ਆਉਂਦੇ ਅਸੀਂ ਸਾਰਾ ਕੁਝ ਆਪਣੇ ਦੱਸਾਂਗੇ ਨੇ। ਬੇਸਿਕ ਜੋ ਏਜੰਡਾ ਹੈ ਸਾਡਾ ਉਹ ਤੁਹਾਡੇ ਨਾਲ ਸਾਂਝਾ ਕੀਤਾ ਹੈ। ਤੁਹਾਨੂੰ ਸਾਰਿਆਂ ਨੂੰ ਪਤਾ ਹੈ ਇਸ ਵੇਲੇ ਪੋਲੀਟਿਕਸ ਕਿਸ ਹਾਲ ਤੱਕ ਪਹੁੰਚ ਗਈ ਹੈ ਔਰ ਸਾਰੇ ਹੀ ਅਸੀਂ ਮਹਿਸੂਸ ਕਰ ਰਹੇ ਹਾਂ ਵੀ ਕੁਝ ਹੋਣਾ ਚਾਹੀਦਾ। ਬੜੇ ਦੋਸਤਾਂ ਮਿੱਤਰਾਂ ਸਟੂਡੈਂਟਸ ਮੇਰੇ ਵੱਲੋਂ ਆਉਂਦਾ ਰਿਹਾ, ਕੁਝ ਕਰੋ। ਅੱਗੇ ਜੋ ਆਉਂਦੇ ਰਹੇ ਨੇ ਪਹਿਲਾਂ ਮੇਰੇ ਉਹਨਾਂ 'ਚ ਵਿਦਿਆਰਥੀ ਵੀ ਕਈ ਹੈਗੇ ਸੀ, ਉਹਨਾਂ 'ਤੇ ਬਹੁਤ ਭਰੋਸਾ ਕੀਤਾ ਜਨਤਾ ਨੇ ਵੀ ਕੁਝ ਚੇਂਜ ਆਵੇ। ਉਹ ਵੀ ਤੁਹਾਡੇ ਟੈਸਟ 'ਤੇ ਪੂਰੇ ਨਹੀਂ ਉਤਰੇ। ਸੋ ਸਾਨੂੰ ਸਾਰਿਆਂ ਨੂੰ ਹੁਣ ਇਸ ਵੇਲੇ ਟਰਸਟ ਡਿਫਿਸਿਟ ਹੋਇਆ, ਕਿਤੇ 'ਤੇ ਇਤਬਾਰ ਕਰੀਏ। ਮੇਰੇ ਕੋਲ ਸਾਰੇ ਹੀ ਆਉਂਦੇ ਰਹੇ ਨੇ, ਨਾ ਕੀ ਲੈਣਾ, ਔਰ ਮੈਂ ਉਹਨਾਂ ਨੂੰ ਦੱਸਦਾ ਵੀ ਰਿਹਾ ਵੀ ਤੁਸੀਂ ਥੋੜ੍ਹਾ ਬਹੁਤਾ ਕਰੋ, ਪਰ ਨਹੀਂ, ਐਂਡ ਦੇ ਉੱਪਰ ਉਹ ਵੀ ਉਸੇ ਹੀ ਚੱਕੀ ਦੇ ਚੱਟੇ ਵੱਟੇ ਨਿਕਲੇ। ਇਸ ਵੇਲੇ ਬੜੀ ਡਿਪਰੈਸ਼ਨ 'ਚ ਅਸੀਂ ਸਾਰੇ। ਮੈਂ ਕਾਫੀ ਦੇਰ 2007 'ਚ ਮੈਨੂੰ CM ਡਿਪਟੀ CM ਨਾਲ ਪੰਗਾ ਲੈ ਕੇ ਰਿਜ਼ਾਈਨ ਕਰਨਾ ਪਿਆ ਸੀ ਔਰ ਤੁਹਾਡੀ ਪ੍ਰੈਸ ਨੇ ਬੜਾ ਉਹ ਫਰੰਟ ਪੇਜਸ 'ਤੇ TV ਦੇ ਉੱਪਰ ਬੜਾ ਕੁਝ ਹੋਇਆ। ਮੇਰੇ 'ਤੇ ਵਿਜੀਲੈਂਸ ਕੇਸ ਵੀ ਪਾਉਣ ਨੂੰ ਫਿਰਦੇ ਰਹੇ ਨੇ ਕਿਉਂਕਿ ਉਹ ਬਹੁਤ ਗਲਤ ਕੰਮ ਕਰਾਉਣਾ ਚਾਹੁੰਦੇ ਸੀ। ਮੈਂ ਕੀਤਾ ਨਹੀਂ। ਕੰਗ ਸਾਹਿਬ ਦਾ ਵੀ ਇੱਦਾਂ ਹੀ ਹੋਇਆ। ਇਹਨਾਂ ਨੂੰ ਕਹਿੰਦੇ ਜ਼ਮੀਨ ਦਿਓ, ਇਹਨਾਂ ਨੇ ਦਿੱਤੀ ਨਹੀਂ, ਸੈਕੰਡ ਟਰਮ ਨਹੀਂ ਮਿਲੀ। ਨਹੀਂ ਵੀ ਮੈਂ ਵੀ 2 ਸਾਲ ਦੀ ਨੌਕਰੀ ਛੱਡ ਕੇ ਰਿਜ਼ਾਈਨ ਕਰ ਆਇਆ ਸਾਂ 1 ਅਪ੍ਰੈਲ 2007 ਨੂੰ। ਸੋ ਬੜਾ ਨੇੜਿਓਂ ਦੇਖਿਆ ਗੰਦੀ ਪੋਲੀਟਿਕਸ ਨੂੰ। ਪਿਛਲੇ ਵੈਸੇ ਤਾਂ ਮੈਂ 40 ਸਾਲ ਤੋਂ ਦੇਖ ਰਿਹਾ। ਸਾਡਾ ਪੰਜਾਬ 1981 ਦੇ ਵਿੱਚ ਇੰਡੀਆ ਦੇ ਵਿੱਚ ਨੰਬਰ 1 ਪੋਜੀਸ਼ਨ ਸੀ ਖੁਸ਼ਹਾਲੀ ਦੇ ਵਿੱਚ।
ਪਰ ਕੈਪੀਟਾ ਇਨਕਮ ਦੇ ਵਿੱਚ। 2001 ਦੇ ਵਿੱਚ ਚੌਥੇ ਨੰਬਰ ਤੇ ਆ ਗਿਆ। ਇਸ ਵੇਲੇ ਹੁਣ ਲੇਟੈਸਟ ਅਸੀਂ 16ਵੇਂ ਨੰਬਰ ਤੇ ਹਾਂ। ਹਰਿਆਣਾ ਸਾਥੋਂ ਬਹੁਤ ਪਿੱਛੇ ਹੁੰਦਾ ਸੀ। ਉਹਦਾ ਜਿਹੜਾ ਇਸ ਵੇਲੇ ਪਰ ਕੈਪੀਟਾ GDP ਹੈ ਸਾਡੇ ਨਾਲੋਂ ਡੇਢਾ ਹੈ। ਜੇ ਪੰਜਾਬ ਦਾ 1.55 ਲੱਖ ਪਰ ਈਅਰ ਪਰ ਕੈਪੀਟਾ ਇਨਕਮ ਹੈ, ਉਹਨਾਂ ਦੀ 2.39 ਲੱਖ ਹੈ। ਸਾਨੂੰ ਪੂਰਾ ਡੇਢਾ ਇਸ ਵੇਲੇ ਹਰਿਆਣਵੀ ਸਾਡੇ ਨਾਲੋਂ ਅਮੀਰ ਨੇ। ਠੀਕ ਹੈ, ਉੱਥੇ ਵੀ ਸਭ ਕੁਝ ਠੀਕ ਨਹੀਂ, ਪਰ ਸਾਡੇ ਨਾਲੋਂ ਬਹੁਤ ਚੰਗੇ ਆ। ਪਿੱਛੇ ਜੇ ਸਰਵੇ ਹੋਇਆ ਇੰਡੀਆ ਦੇ ਵਿੱਚ ਕਿਹੜੀ ਸਟੇਟ ਕਿੰਨੀ ਕੁ ਕਰਪਟ ਹੈ, ਸ਼ਰਮ ਆਉਂਦੀ ਹੈ। ਪੰਜਾਬ 5ਵੇਂ ਨੰਬਰ ਤੇ ਆ ਕਰਪਸ਼ਨ ਦੇ ਚਾਰਟ 'ਚ। ਅਸੀਂ ਬਿਹਾਰ ਤੇ ਯੂਪੀ ਤੋਂ ਤੇਲੰਗਾਨਾ ਤੋਂ ਅੱਗੇ ਆ ਰਹੇ ਹਾਂ ਪੰਜਾਬ। ਔਰ ਹੈਰਾਨੀ ਦੀ ਗੱਲ ਹੈ ਸਾਡਾ ਗੁਆਂਢੀ ਜਿਹੜਾ ਉਹ ਇਮਾਨਦਾਰੀ 'ਚ ਉੱਪਰ 5ਵੇਂ ਨੰਬਰ ਤੇ ਆ ਰਿਹਾ, ਹਰਿਆਣਾ ਹੀ ਸਾਡੇ ਕੋਲ ਹੀ ਆ। ਮਤਲਬ ਇੱਥੇ ਤਾਂ ਹੁਣ ਸ਼ਰਮ ਹੀ ਲੈ ਗਈ ਹੈ ਸਾਨੂੰ। ਮਤਲਬ ਗੱਲ ਕਰਦੇ ਵੀ ਸ਼ਰਮ ਆਉਂਦੀ ਹੈ। ਔਰ ਬੜੇ ਫਖਰ ਦੇ ਨਾਲ ਬੋਲ ਰਹੇ ਨੇ ਪੋਲੀਟੀਸ਼ੀਅਨ। ਓਪਨ ਲੂਟ ਹੋ ਰਹੀ ਹੈ। ਮੈਂ ਸਰਾਂ ਸਾਹਿਬ ਨਾਲ ਸਵੇਰੇ ਗੱਲ ਕਰ ਰਿਹਾ ਸਾਂ ਵੀ ਅੱਗੇ ਕੋਈ ਸ਼ਰਮ ਹੁੰਦੀ ਸੀ, ਕੋਈ ਜੇ ਕੋਈ ਵੱਡੀ ਬੁੱਢੀ ਕਰਦਾ ਸੀ, ਓਪਨ ਹੈ। ਇਹ ਕੀ ਸਿਸਟਮ ਹੋ ਗਿਆ? ਅਸੀਂ ਜਿਹੜੇ ਕਈ ਵਾਰੀ ਕਹਿੰਦੇ ਹੁੰਦੇ ਨੇ ਬਲਵਿੰਦਰ ਸਿੰਘ ਆਪਣੇ ਭਾਸ਼ਣ ਦੇ ਵਿੱਚ ਵੀ ਜਿਨ੍ਹਾਂ ਨੂੰ ਅਸੀਂ ਚੁਣ ਕੇ ਭੇਜਦੇ ਹਾਂ ਉਹਨਾਂ ਦਾ ਫਰਜ਼ ਇਹ ਹੈ ਨਾਗਰਿਕ ਸੇਵਾ ਕਰਨੀ, ਲੋਕਾਂ ਦੀ ਸੇਵਾ ਕਰਨੀ। ਪਹਿਲਾਂ ਜਦੋਂ ਆਉਂਦੇ ਨੇ ਬੜਾ ਕੁਝ ਦੱਸਦੇ ਨੇ, ਹੱਥ ਜੋੜਦੇ ਨੇ, ਉਹ ਰਾਤੋਂ ਰਾਤ ਹੀ ਉਹਨਾਂ ਨੂੰ ਕੀ ਹੋ ਜਾਂਦਾ ਵੀ ਉਹ ਡਿਕਟੇਟਰ ਬਣ ਜਾਂਦੇ ਆ। ਉਹ ਬਾਅਦ ਦੇ ਵਿੱਚ ਨਾਗਰਿਕ ਸੇਵਾ ਵਾਸਤੇ ਉਹ ਕਿਉਂ ਨਹੀਂ ਤਤਪਰ ਰਹਿੰਦੇ? ਇਹ ਕਿਹੜਾ ਸਿਸਟਮ ਹੈ? ਕਿਉਂ ਨਹੀਂ ਉਹ ਆਨਸਰੇਬਲ ਹੈਗੇ ਲੋਕਾਂ ਨੂੰ? ਇਹ ਓਪਨਲੀ ਸਾਡੇ ਸਾਹਮਣੇ ਉਹੀ ਡੈਮੀ ਗੋਡ ਰੱਬ ਬਣ ਜਾਂਦੇ ਨੇ ਰਾਤੋਂ ਰਾਤ। ਔਰ ਇੱਕ ਸਾਡੀ ਮਾਨਸਿਕਤਾ ਇੱਦਾਂ ਦੀ ਹੈ ਕਿਉਂਕਿ ਅਸੀਂ 1000 ਸਾਲ ਸਲੇਵਰੀ ਗੁਲਾਮੀ ਕੱਟੀ। 1001 ਈਸਵੀ ਦੇ ਵਿੱਚ ਮਹਿਮੂਦ ਗਜ਼ਨੀ ਨੇ ਆ ਕੇ ਪਹਿਲਾ ਹਮਲਾ ਕੀਤਾ ਸੀ ਔਰ 1026 'ਚ ਉਹ ਆ ਕੇ ਜੰਮ ਗਿਆ ਇੱਥੇ। ਉਹਦੇ ਬਾਅਦ ਸਾਰੇ ਆਏ, ਤੁਹਾਡੇ ਮੁਗਲ ਵੀ ਆਉਂਦੇ ਰਹੇ, ਅੰਗਰੇਜ਼ ਵੀ ਆਉਂਦੇ ਰਹੇ। ਉਹ ਇਹਦੀ ਗੁਲਾਮੀ ਉਹ ਸਾਡੇ 'ਚੋਂ ਨਿਕਲਦੀ ਨਹੀਂ। ਅਸੀਂ ਟਿਮਡ ਹਾਂ, ਡਰੂ ਹਾਂ। ਅਸੀਂ ਸਾਡੇ ਕੁਝ ਕਹਿਣ ਦਾ ਜਜ਼ਬਾ ਨਹੀਂ ਰਿਹਾ ਕਿਉਂਕਿ ਅਸੀਂ ਇੰਨੇ ਦੱਬੇ ਗਏ ਹਾਂ, ਮਾਈ ਬਾਪ ਹੀ ਕਹੀ ਗਏ ਅਸੀਂ। ਹਾਲਾਂਕਿ ਉਹ ਸਾਡੇ ਸਰਵੈਂਟ ਨੇ, ਅਸੀਂ ਉਹਨਾਂ ਨੂੰ ਮਾਲਕ ਬਣਾ ਦਿੱਤਾ। ਕਸੂਰ ਸਾਡਾ ਹੈ। ਔਰ ਇਸ ਕਰਕੇ ਅਸੀਂ ਇਹ ਨਹੀਂ ਵੀ ਮੈਂ ਰਾਤੋਂ ਰਾਤ ਹੀ ਕੋਈ ਡਿਸੀਜਨ ਲਿਆ ਇਹਨਾਂ ਨਾਲ ਆਉਣ ਦਾ। ਕਾਫੀ ਸਾਲਾਂ ਤੋਂ ਮੇਰੇ ਨਾਲ ਕਾਫੀ ਪੋਲੀਟਿਕਸ ਦੇ ਵਿੱਚ ਮੈਂ ਨੇੜਿਓਂ ਹੋ ਕੇ ਦੇਖਿਆ ਵੀ ਦਿਲ ਵੀ ਕੀਤਾ ਕੁਝ ਕਰੀਏ, ਪਰ ਉਹਨਾਂ ਨੂੰ ਵੀ ਦੇਖ ਕੇ ਦਿਲ ਨਿਰਾਸ਼ ਹੋ ਗਿਆ, ਮੈਂ ਪਿੱਛੇ ਹਟ ਗਿਆ। ਇਹਦੇ ਬਾਅਦ ਇਹ ਪਿਛਲੇ ਸਾਲ ਮੇਰੇ ਕੋਲ ਆਏ, ਬੜਾ ਅੱਛਾ ਇਹਨਾਂ ਨੇ ਕੰਮ ਸ਼ੁਰੂ ਕੀਤਾ ਸੀ। ਮੈਂ 2-3 ਸਾਲ ਤੋਂ ਦੇਖ ਰਿਹਾ ਸਾਂ ਇਹਨਾਂ ਦਾ, ਰੁਪਿੰਦਰ ਹੋਣਾ ਦਾ ਵੀਡੀਓ ਵੀ ਦੇਖਦਾ ਸੀ। ਲੋਕਾਂ ਦੇ ਮੇਰੇ ਕੋਲ ਮੈਸੇਜ ਵੀ ਆਉਂਦੇ ਸੀ ਵੀ ਇਹ ਕੌਣ ਨੇ, ਬੜੇ ਡੈਡੀਕੇਟਡ ਔਰ ਇਹ ਕਰਪਸ਼ਨ ਦੇ ਅਗੇਂਸਟ ਬੋਲ ਰਹੇ ਨੇ। ਤੋਂ ਪਿਛਲੇ ਸਾਲ ਆਏ ਤੇ ਮੈਂ ਉਹ ਟੀਚਰਸ ਨੂੰ ਹੁੰਦੀ ਹੈ ਨਾ ਆਦਤ, ਪਿਆ ਜੀ ਇਹਨਾਂ ਦੇ ਹੋਰ ਟੈਸਟ ਲੈ ਲਈਏ। ਸਨਕੀ ਹੁੰਦੇ ਨੇ, 40 ਸਾਲ ਹੁਣ ਟੀਚਿੰਗ ਕੀਤੀ, ਐਜੂਕੇਸ਼ਨ 'ਚ ਰਿਹਾ ਮੈਂ। तो मैं इन्होंने कहा जी ठीक है मेरी तो सपोर्ट है पर ठीक है मैं मेरी बेस्ट विशेज ऐतकी फिर इन्हों मैं काम कुम साल पर इन्होंने मैं टैसट ले ने तो ऐतकी फिर मैं इन्होंने नाल तनों मनो मैं कहा ओके कुछ करिए एक मौका दईए अजे पंजाब गरकिया नहीं जे अजे साह लैंदा है जे आप रिवाइव कर सकीए और असी प्रोमिस करते हैं साढ़े चों कोई इलैक्शन नहीं लड़ेगा बड़ा रब ने सानू सारिਆਂ ਨੂੰ ਦਿੱਤਾ बड़ा कुछ असी सोसाइटी नूं असी obliged हाँ भी सोसाइटी नूं कुछ दईए और इस करके असी जिद्दां इन्होंने कहा बड़ा आनंद सी मैं हुण 80 साल का होने लगा मैं अपने बड़ा जिम लाई दा वर्जिश करी दी आ पुत पोतियां पड़पोतियां च इंजॉय कर रहे कोई मैनूं मानसा नहीं है कुछ नहीं लेना टोटली मैं कमिट करदा भी असी तुहाडे नाल पूरा इन्हां दी टीम इन्हां कोल की आ इन्हां कोल व्यूज़ ने इन्हां दे कोल ताकत है एनर्जी है इन्हां दे कोल इन्हां कोल इमेजिनेशन है साडे कोल तजर्बा है सो असी दादियां नानियां दियां भूमिका निभावांगे जे काम गलत करनगे इन्हां नूं कन्नों भी फड़ सकदे आ सो ये असी तुहाडे सारिਆਂ अगे अपील करते हैं और तुहाडे थ्रू पब्लिक नूं अपील करते हैं बाद च भी असी उन्हां नाल रखांगे वास्ता आपस विच एक मौका दे के देख लो यार जिथे इन्ना देखिया तुसीं एक मौका इन्हां नूं नौजवानों नूं दिओ नहीं हुंदा तो ठीक है फिर रब आसरे पर मैं जरूर तुहानूं ये विश्वास दवाना भी जो मैं इन्हां नूं देखिया इन्हां बड़ी डेडिकेशन है कमिटमेंट है जिद्दां ये कह रहे मैं भी नहीं इलैक्शन लानी रात दिन यार घर ही नहीं जाते कई दिन घर ही नहीं जाते कुछ नहीं लेना इन्होंने सो मैं तुहाडे थ्रू पब्लिक नूं ये सारिਆਂ ਨੂੰ रिक्वेस्ट करनी चाहांगा जिद्दां इन्हां ने दस्सिया
ਪੰਜਾਬ ਦੇ ਵਿੱਚ ਸਭ ਤੋਂ ਜ਼ਿਆਦਾ ਕੁਦਰਤੀ ਸੋਮੇ ਆ, ਸਭ ਤੋਂ ਜ਼ਿਆਦਾ ਪਾਣੀ ਹੈ, ਸਭ ਤੋਂ ਜ਼ਿਆਦਾ ਨੈਚੁਰਲ ਰਿਸੋਰਸਿਸ ਨੇ, ਜਿੱਦਾਂ ਕਿ ਰੇਤਾ ਹੈ, ਬਜਰੀ ਹੈ। ਕੀ ਹੋ ਰਿਹਾ? ਚਿੱਟੇ ਦਿਨ ਹੋ ਰਿਹਾ, ਚਿੱਟੇ ਦਿਨ ਉੱਥੇ ਲੱਗੇ ਨੇ, ਓਪਨਲੀ ਬੈਠੇ ਆ, ਗੁੰਡਾਗਰਦੀ ਬੈਠੀ ਆ, ਉਹਨਾਂ ਨੂੰ ਪੈਸੇ ਦੇ ਕੇ ਨਿਕਲ ਦੇਣਾ। ਕਿਆ ਪ੍ਰੋਬਲਮ ਹੈ? 4 ਕਰੋੜ ਟਨ ਹਰ ਸਾਲ ਰੇਤਾ ਬਜਰੀ ਚਾਹੀਦਾ ਹੈ। ਕਾਗਜ਼ਾਂ 'ਚ ਕਿੰਨਾ ਨਿਕਲ ਰਿਹਾ? 40 ਲੱਖ। ਬਾਕੀ ਕਿੱਥੋਂ ਆ ਰਿਹਾ? 274 ਕਰੋੜ ਪਿਛਲੇ ਸਾਲ ਇਹਨਾਂ ਨੇ ਸਿਰਫ ਰੈਵਨਿਊ ਰੇਤਾ ਬਜਰੀ ਤੋਂ ਕਮਾਇਆ ਹੈ। ਬਾਕੀ ਇਹਨਾਂ ਦੀਆਂ ਪੌਕਟਾਂ, ਇਹਨਾਂ ਰਾਤ ਨੂੰ ਚੱਲਦੇ ਨੇ, ਟਿੱਪਰ ਚੱਲਦੇ ਨੇ। ਮੇਰੇ ਕੋਲ ਕਈ ਰਿਪੋਰਟਾਂ ਆਉਂਦੀਆਂ ਨੇ ਜੀ, ਨੰਬਰਾਂ ਤੋਂ ਬਿਨਾਂ ਚੱਲ ਰਹੇ ਨੇ। ਕੀ ਹੋ ਰਿਹਾ ਹੈ? ਇੱਕ ਦੇਖੋ ਅਧਿਕਾਰੀ ਆਪਾਂ ਕਹਿੰਦੇ, ਵੈਸੇ ਉਹ ਵੀ ਅਧਿਕਾਰੀ ਨਹੀਂ, ਨੌਕਰ ਨੇ, ਪੁਲਿਸ ਹੈ ਜਿਸ ਤਰ੍ਹਾਂ, ਪਬਲਿਕ ਸਰਵੈਂਟਸ ਨੇ, ਉਹ ਨਾਗਰਿਕ ਸੇਵਕ ਨੇ, ਉਹ ਆਫੀਸਰ ਨਹੀਂ ਆ, ਪਰ ਉਹ ਗਵਰਨਮੈਂਟ ਸਰਵੈਂਟ ਬਣਾਏ ਆ। ਹੁਣ ਤੁਸੀਂ ਦੇਖੋ, ਇੱਕ ਡੀਜੀਪੀ ਆ, ਡੀਜੀਪੀ ਦੀ ਕੋਈ ਹੈ ਹਿੰਮਤ ਉਹ ਇੱਕ ਐਸਐਚਓ ਨੂੰ ਟ੍ਰਾਂਸਫਰ ਕਰ ਸਕੇ? 4-5 ਸਾਲ ਹੋ ਗਏ ਮੇਰੇ ਕੋਲ, ਇੱਕ ਡੀਆਈਜੀ ਆ ਗਿਆ, ਪੋਲੀਟਿਕਸ ਦੀ ਗੱਲਾਂ ਚੱਲ ਪਈਆਂ। ਉਹ ਕਹਿੰਦਾ ਸਰ ਕੀ ਦੱਸਾਂ, ਮੇਰੇ ਕੋਲ 3 ਜ਼ਿਲ੍ਹਿਆਂ ਦਾ ਮਾਲਕ ਹਾਂ ਮੈਂ, ਨਾ ਮੈਨੂੰ ਐਸਐਚਓ ਪੁੱਛੇ ਨਾ ਐਸਐਸਪੀ ਪੁੱਛੇ, ਸਿੱਧਾ ਹੀ ਹੋਮ ਮਿਨਿਸਟਰ ਨਾਲ ਹੈ। ਕੀ ਐਸਐਸਪੀ ਦੀ ਜ਼ਰੂਰਤ ਹੈ ਕਿਸੇ ਥਾਣੇਦਾਰ ਨੂੰ ਬਦਲ ਸਕੇ? ਇਹ ਕੀ ਸਿਸਟਮ ਬਣਾਤਾ ਇਹਨਾਂ ਨੇ, ਪੋਲੀਟੀਸ਼ੀਅਨਸ ਨੇ। ਅਸੀਂ ਫਿਰ ਕਹਿੰਦੇ ਜੀ, ਹੁਣ ਦੇਖੋ ਇੱਕ ਦਿਨ ਕਿੰਨੀ ਸ਼ਰਮ ਦੀ ਗੱਲ ਹੈ, ਪੁਲਿਸਮੈਨ ਆਂਡੇ ਚੁਰਾ ਰਿਹਾ, ਬੜਾ ਵਾਇਰਲ ਹੋਇਆ, ਜੇਬਾਂ 'ਚ ਪਾ ਰਿਹਾ। ਕੀ ਹੋ ਰਿਹਾ ਹੈ? ਕਿਉਂ? ਉਹਦਾ ਕਸੂਰ ਨਹੀਂ, ਅਸੀਂ ਉਹਨੂੰ ਕਰਪਸ਼ਨ ਦੀ ਗੁੜਤੀ ਦਿੱਤੀ ਹੈ। ਜਿੱਦਣ ਨੌਕਰੀ ਦਿੱਤੀ ਉਹ ਪੈਸੇ ਦੇ ਕੇ ਲੱਗਾ ਹੈ, ਇਹ ਗੁੜਤੀ ਲੱਗ ਗਈ ਉਹਨੂੰ। ਉਹ ਕੀ ਕਰੂਗਾ? ਉਹਨੂੰ ਅਸੀਂ ਕਰਪਸ਼ਨ ਸਿਖਾ ਰਹੇ ਹਾਂ ਵੀ ਹਾਂ ਇਹਦੇ ਥਰੂ ਤੋਂ ਹੋਣਾ। ਇਹ ਸਿਸਟਮ ਨੂੰ ਚੇਂਜ ਕਰਨਾ ਪਊ। ਕਿਉਂ ਉਹਨੂੰ ਕਰਨਾ ਪੈ ਰਿਹਾ? ਤੁਸੀਂ ਟ੍ਰਾਂਸਫਰ ਕਰਾਉਣੀ ਆ, ਤੁਸੀਂ ਨੌਕਰੀ ਲੈਣੀ ਆ, ਬਿਨਾਂ ਪੈਸੇ ਤੋਂ ਕੰਮ ਨਹੀਂ ਚੱਲਦਾ। ਮੈਂ ਤੇ ਸਰ ਸਾਹਿਬ ਸਵੇਰੇ ਡਿਸਕਸ ਕਰਦੇ ਸੀ ਵੀ ਕੋਈ ਹੈ ਕੰਮ ਜਿਹੜਾ ਬਿਨਾਂ ਪੈਸੇ ਤੋਂ ਚੱਲ ਰਿਹਾ ਹੋਵੇ? ਤੁਸੀਂ ਹੈਰਾਨ ਹੋਗੇ, ਮੈਂ ਉਹਨੂੰ ਕਹਿਣਾ ਨਹੀਂ ਚਾਹੀਦਾ। ਮੇਰਾ 15 ਮਾਰਚ ਦਾ ਡਰਾਈਵਿੰਗ ਲਾਇਸੈਂਸ ਜਿਹੜਾ ਉਹ ਬੰਦ ਹੋਇਆ, 10 ਤਰੀਕ ਨੂੰ ਮੈਂ ਕਾਗਜ਼ ਦਿੱਤੇ ਆ। ਸਾਰੇ ਆਫਿਸਰ ਕਹੀ ਜਾਂਦੇ ਸਰ ਉਹਨਾਂ ਨੂੰ ਕੀ ਪ੍ਰੋਬਲਮ ਜੀ, ਉਹਨਾਂ ਨੂੰ ਕੋਈ ਨਹੀਂ ਪੁੱਛ ਜਾਣਦਾ, ਅਸੀਂ ਕਰ ਦਾਂਗੇ ਜੀ। ਅੱਜ ਤੱਕ ਮੈਨੂੰ ਨਹੀਂ ਮਿਲਿਆ। ਉਹ ਮੈਨੂੰ ਕੋਈ ਆ ਕੇ ਕਹਿੰਦਾ ਜੀ ਡਾਕਟਰ ਸਾਹਿਬ ਤੁਸੀਂ ਐਵੇਂ ਨਾ ਅੱਜ ਕੱਲ੍ਹ ਦੇ ਅਸੂਲਾਂ ਦੇ ਅੜੇ ਰਹਿੰਦੇ ਆ, 800 ਰੁਪਈਏ 'ਚ ਬਣ ਜਾਣਾ ਸੀ ਹੁਣ ਤੱਕ। ਵਾਟ ਇਜ਼ ਦਿਸ ਨੌਨਸੈਂਸ ਯਾਰ? ਕੀ ਹੋ ਰਿਹਾ ਹੈ? ਮੈਨੂੰ ਫੋਨ ਮੈਂ ਸਾਰੇ ਹੀ ਕਰ ਰਹੇ ਹਾਂ ਜੀ, ਨਹੀਂ ਜੀ ਤੁਹਾਡਾ ਨਾ ਹੋਵੇ ਜੀ। ਯਾਰ ਇਹ ਕੀ ਹੋ ਰਿਹਾ ਹੈ? ਕਿਉਂ ਇੱਦਾਂ ਹੋਵੇ? ਕਿਉਂ ਨਹੀਂ ਉਹ ਆਨਸਰੇਬਲ? ਤੇਰੇ ਕੋਲ ਕਾਗਜ਼ ਗਏ ਨੇ, ਮੈਂ ਇੱਕ ਛੋਟਾ ਜਿਹਾ ਅਦਾਰਾ PAU, ਇੱਥੇ ਵੀ ਸਿਸਟਮ ਹਰ ਸਿਸਟਮ ਦੇ ਹੁੰਦਾ। ਹਾਲਾਂਕਿ ਇਹਨੂੰ ਮੈਂ ਬਹੁਤ ਸਭ ਤੋਂ ਵਧੀਆ ਵਨ ਆਫ ਦੀ ਬੈਸਟ ਗਿਣਨਾ। ਉਹਦੇ ਵਿੱਚ ਵੀ ਮੈਨੂੰ 23 ਬੰਦੇ ਟਰਮੀਨੇਟ ਕਰਨੇ ਪਏ ਸੀ, ਚੀਫ ਇੰਜੀਨੀਅਰ ਐਕਸੀਅਨ ਤੋਂ, ਪ੍ਰੋਫੈਸਰ ਤੋਂ ਲੈ ਕੇ 152 ਦੀਆਂ ਮੈਨੂੰ ਇਨਕਰੀਮੈਂਟਾਂ ਬੰਦ ਕਰਨੀਆਂ ਪਈਆਂ ਸੀ, ਕਿਉਂਕਿ ਮੈਂ ਓਨੈਸਟੀ, ਐਫੀਸ਼ੀਐਂਸੀ ਔਰ ਫੇਅਰਨੈਸ ਦੇ ਕਦੇ ਕੰਪਰੋਮਾਈਜ਼ ਨਹੀਂ ਕੀਤਾ ਲਾਈਫ ਦੇ ਵਿੱਚ, ਨਾ ਮੈਂ ਕਰਾਂਗਾ। ਬੜੇ ਮੇਰੇ ਤੇ ਬਹੁਤ ਕੁਝ ਮੇਰੇ ਤੇ ਹੋਇਆ, ਮੈਨੂੰ ਥ੍ਰੈਟ ਵੀ ਆਏ, ਮੈਨੂੰ ਭਗਤ ਸਿੰਘ ਦੀ ਸਮਾਧੀ 'ਤੇ ਜਾ ਕੇ 7 ਬੰਦੇ ਸਹੁੰ ਵੀ ਖਾ ਕੇ ਇਹਨੂੰ ਐਲੀਮੀਨੇਟ ਕਰ ਦੇਣਾ। ਗਵਰਨਮੈਂਟ ਕੋਲ ਇੰਟੈਲੀਜੈਂਸ ਚਲੀ ਗਈ, ਮੈਨੂੰ 156 ਵਾਲੇ ਉਹਨਾਂ ਨੇ ਆਫੀਸਰ ਵੀ ਦੇ ਦਿੱਤੇ। ਚਲੋ ਐਨੀਵੇ, ਇਸ ਚੀਜ਼ ਨੂੰ ਅਸੀਂ ਕਿੱਦਾਂ ਰੋਕਾਂਗੇ? ਜੇ ਡਰ ਕੇ ਚਲੀ ਜਾਣਾ, ਜੇ ਟਿਮਿਡ ਹੋ ਕੇ ਹੀ ਹਾਂਜੀ ਮਾਈ ਬਾਪ ਜੀ, ਕਿਆ ਮਾਈ ਬਾਪ ਹੈ? ਕਿਉਂ ਮਾਈ ਬਾਪ ਨੇ? ਉਹ ਤੁਹਾਡੇ ਨਾਗਰਿਕ ਸੇਵਕ ਨੇ। ਪੋਲੀਟੀਸ਼ੀਅਨ ਆਨਸਰੇਬਲ ਹੈ ਤੁਹਾਨੂੰ। ਜਿਹੜਾ ਬੰਦਾ ਗਵਰਨਮੈਂਟ ਦੇ ਖਜ਼ਾਨੇ 'ਚੋਂ ਤਨਖਾਹ ਭੱਤਾ ਕੁਛ ਵੀ ਲੈਂਦਾ ਹੈ, ਉਹ ਪਬਲਿਕ ਸਰਵੈਂਟ ਹੈ, ਉਹ ਆਨਸਰੇਬਲ ਹੈ। ਪਰ ਅੱਜ ਕੱਲ੍ਹ ਕੋਈ ਹੈ? ਕੀ ਹੋ ਰਿਹਾ ਇਸ ਵੇਲੇ? ਸਭ ਕੁਝ ਓਪਨ, ਸਾਰਾ ਕੁਝ ਸਿਸਟਮ ਹੋਇਆ ਪਿਆ। ਸੋ ਮੈਂ ਜ਼ਿਆਦਾ ਸਮਾਂ ਨਹੀਂ ਲਾਂਗਾ। ਮੈਂ ਤੁਹਾਨੂੰ ਜ਼ਰੂਰ ਇਹ ਰਿਕੁਐਸਟ ਕਰਨੀ ਚਾਹਾਂਗਾ ਬਈ ਇੱਕ ਮੌਕਾ ਦੇ ਕੇ ਦੇਖ ਲਓ। ਤੁਹਾਡੇ ਥਰੂ ਮੈਂ ਪਬਲਿਕ ਨੂੰ ਰਿਕੁਐਸਟ ਕਰਨੀ ਚਾਹੁੰਦਾ, ਇੱਕ ਮੌਕਾ ਦੇਖ ਲਓ। ਇਹਨਾਂ ਦੇ ਵਿੱਚੋਂ ਅਸੀਂ ਬੈਸਟ ਬੰਦੇ, ਜਿੱਦਾਂ ਇਹਨਾਂ ਨੇ ਕਿਹਾ, ਆਲਰੇਡੀ ਕਾਫੀ ਕੰਮ ਚੱਲਣਾ ਸ਼ੁਰੂ ਹੋ ਗਿਆ। ਜਿਹੜਾ ਥਿੰਕ ਟੈਂਕ ਉਹ ਬਣ ਚੁੱਕਾ। ਇਹਨਾਂ ਦੇ ਵਿੱਚ ਇਹ ਹੈਗਾ ਵੀ ਇਹ ਬਹੁਤ ਵੱਡੇ ਪ੍ਰੋਪੇਗੈਂਡਿਸਟ ਨਹੀਂ ਹੈਗੇ, ਵਰਕਰ ਬਹੁਤ ਤਗੜੇ ਆ। ਯਾਰ ਤੁਸੀਂ ਦੱਸਿਆ ਕਰੋ ਲੋਕਾਂ ਨੂੰ ਥੋੜ੍ਹਾ ਬਹੁਤਾ ਵੀ ਆਹ ਹੀ ਹੋ ਰਿਹਾ। ਸੋ ਅੰਦਰ ਖਾਤੇ 9 ਟੀਮਾਂ ਬਣਾ ਚੁੱਕੇ ਆ ਇਹ, ਉਹ ਮੈਂ ਉਦੋਂ ਓਵਰਸੀ ਕਰ ਰਿਹਾ ਹਾਂ ਵੀ ਤੁਸੀਂ ਆਹ ਕਰਨਾ, ਜਿੱਦਾਂ ਨੇ ਦੱਸਿਆ ਐਜੂਕੇਸ਼ਨ ਆ, ਇੰਡਸਟਰੀ ਆ, ਕਰਪਸ਼ਨ ਦੇ ਅਗੇਂਸਟ ਆ। ਔਰ ਅਗਲੇ ਦਿਨਾਂ ਤੁਸੀਂ ਦੇਖੋਗੇ ਕਿੱਦਾਂ ਧਮਾਕਾ ਹੋਏਗਾ। ਇਹਨਾਂ ਨੂੰ ਬਹੁਤ ਬੰਦੇ ਜੁੜਨ ਲੱਗ ਗਏ ਨੇ, ਮੈਨੂੰ ਹੁਣ ਟੈਲੀਫੋਨ ਆ ਰਹੇ ਨੇ, ਮੈਨੂੰ ਮੈਸੇਜ ਆ ਰਹੇ ਨੇ। ਬਹੁਤ ਅੱਛਾ ਹੁੰਗਾਰਾ ਇੰਟਰਨੈਸ਼ਨਲੀ ਮਿਲ ਰਿਹਾ, ਪਰ ਤੁਸੀਂ ਸਾਡੀ ਮਦਦ ਕਰਨੀ ਹੈ। ਮੀਡੀਆ ਨੇ ਤੁਹਾਨੂੰ ਰਿਕੁਐਸਟ ਹੈ, ਇੱਕ ਮੌਕਾ ਦੇ ਕੇ ਦੇਖ ਲਓ। ਸੋ ਮੈਂ ਜ਼ਿਆਦਾ ਸਮਾਂ ਨਹੀਂ ਲਾਂਗਾ। ਸੋ ਅੱਜ ਦੇ ਮੈਂ ਫਿਰ ਆਪਣੇ ਸਾਰਿਆਂ ਵੱਲੋਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦਾ ਔਰ ਅਸ਼ੋਰ ਕਰਦਾ ਵੀ ਜੇ ਅਸੀਂ ਇਹ ਬੀੜਾ ਚੁੱਕਿਆ ਔਰ ਅਸੀਂ ਤੁਹਾਨੂੰ ਕੋਸ਼ਿਸ਼ ਕਰਾਂਗੇ ਆਪਣੇ ਵੱਲੋਂ ਪੂਰੀ, ਪਰਮਾਤਮਾ ਕੋ ਹਾਜ਼ਰ ਨਾਜ਼ਰ ਹੋ ਕੇ। ਮੈਂ ਸਹੁੰ ਨਹੀਂ ਖਾਣੀ, ਗਲਤ ਸਹੁੰਆਂ ਖਾਈ ਜਾਂਦੇ ਨੇ, ਇਹ ਮਨ ਦੇ ਅੰਦਰ ਹੀ ਹੁੰਦਾ। ਮਨ ਹੋਵੇ ਤਾਂ ਸਹੁੰ ਦੀ ਲੋੜ ਨਹੀਂ ਪੈਂਦੀ। ਸੋ ਅਸੀਂ ਤੁਹਾਨੂੰ ਪੂਰਨ ਵਿਸ਼ਵਾਸ ਦਿਵਾਉਂਦੇ ਹਾਂ ਵੀ ਇੱਕ ਸਹੀ, ਇਮਾਨਦਾਰ
ईमानदार गवर्नेंस देने की कोशिश करांगे। बहुत बहुत धन्यवाद। थैंक यू सो मच। है जी कोई सवाल? अजीत वाले चले गए बंदे? अच्छा मगरले पासे। अच्छा है नहीं बुलाना नहीं, वो थोड़ा जा वेरका का लस्सी ते दुध लिया दस आ गया। अच्छा पत्रकार आ गए। ये ऑन एयर तो कौन आया है? अच्छा उन्होंने कहो जे पुछना कुछ तो पुछ लो। काफ़ी विस्तार का दर्शन किया। हाँ जी सर हो गया। वैसे तुसी कित्थों आए हो? हैं जी के टीवी तो। अच्छा गुड बहुत अच्छा चलो ਧੰਨਵਾਦ ਤੁਹਾਡਾ ਬਹੁਤ ਬਹੁਤ ਉਡੀਕਦੇ ਸੀ ਅਸੀਂ ਤੁਹਾਨੂੰ ਹੈ ਨਾ। ਤੁਹਾਡੇ ਬਹੁਤ ਸਬਸਕ੍ਰਾਈਬਰ ਨੇ, ਪੂਰੀ ਦੁਨੀਆ 'ਚ ਦੇਖਿਆ ਜਾਂਦਾ ਤੁਹਾਡਾ ਚੈਨਲ। ਦੇਖੋ ਇਹ ਲੋਕਾਂ ਦੀ ਲਹਿਰ ਹੈ, ਲੋਕਾਂ ਦੇ ਹੱਕਾਂ ਦੀ ਲਹਿਰ ਹੈ। ਇਹਦਾ ਨਾਂ ਹੀ ਆਪਣੇ ਆਪ ਤੋਂ ਸਪਸ਼ਟ ਹੈ, ਲੋਕ ਅਧਿਕਾਰ ਲਹਿਰ। ਸੋ ਇਹ ਹਰ ਇੱਕ ਦੇ ਨਾਲ ਜੁੜੀ ਹੋਈ ਹੈ ਔਰ ਹਰ ਇੱਕ ਨੇ ਇਹਦੇ ਨਾਲ ਤੁਰਨਾ ਹੈ। ਸਵਾਲ ਸਿਰਫ ਅਗਵਾਈ ਦਾ ਸੀ। ਅਗਵਾਈ ਲਈ ਅਸੀਂ ਪੰਜਾਬ ਦੇ ਸਮੁੰਦਰ 'ਚ ਬਾਰ-ਬਾਰ ਚੁੱਭੀ ਮਾਰ ਰਹੇ ਹਾਂ। ਜਿੰਨੇ ਹੀਰੇ ਮੋਤੀ ਕੱਢੇ ਨੇ ਉਹਨਾਂ 'ਚੋਂ 25% ਜਿਹੜੇ ਅੱਜ ਤੁਹਾਡੇ ਸਾਹਮਣੇ ਲਿਆ ਕੇ ਬਿਠਾਤੇ ਆ ਔਰ ਅਜੇ ਹੋਰ ਸਾਡੀ ਖੋਜ ਜਾਰੀ ਹੈ। ਔਰ ਹੁਣ ਮੇਰਾ ਖਿਆਲ ਹੈ ਸਾਡੀ ਤਾਕਤ ਵੀ ਵੱਧ ਗਈ ਹੈ। ਹੁਣ ਜੋ ਮੈਂ ਸੋਚ ਰਿਹਾ ਉਹੀ ਔਲਖ ਸਾਹਿਬ ਨੇ ਵੀ ਸੋਚਣਾ ਹੈ, ਉਹੀ ਚਿੰਤਾ ਕੰਗ ਸਾਹਿਬ ਨੂੰ ਹੈ, ਉਹੀ ਚਿੰਤਾ ਸਰਾਂ ਸਾਹਿਬ ਨੂੰ ਆ, ਉਹੀ ਚਿੰਤਾ ਮੇਰੇ ਨਾਲ ਸੱਜਣ ਬੈਠੇ ਹੈ। ਕਿਉਂਕਿ ਇੱਕ ਕਹਾਵਤ ਹੈ ਘੋੜੇ ਸ਼ਰਮ ਦੇ ਮਾਰੇ ਦੌੜਦੇ ਹੈ। ਸੋ ਅਸੀਂ ਇਕੱਲੇ ਜੇ ਤੁਰੇ ਸੀ ਦਿਵਿਆਂਗ ਸਾਥੀਆਂ ਨੂੰ ਨਾਲ ਲੈ ਕੇ, ਤੇ ਅੱਜ 6 ਸਾਲਾਂ 'ਚ ਕਾਫਲਾ ਜਿਹੜਾ ਇੱਥੇ ਪਹੁੰਚ ਗਿਆ ਹੈ। ਸਰਕਾਰ ਦੀ ਇੰਟੈਲੀਜੈਂਸ ਜਿਹੜੀ ਹੈਗੀ ਹੈ ਤੇ ਵੱਖ-ਵੱਖ ਪੋਲੀਟੀਕਲ ਪਾਰਟੀਆਂ ਜਿਹੜੀਆਂ ਉਹਨਾਂ ਦੀ ਸਾਰਿਆਂ ਦੀ ਨਿਗਾਹ ਲੋਕ ਅਧਿਕਾਰ ਲਹਿਰ ਵੱਲ ਹੈ। ਅਸੀਂ ਸ਼ੁਕਰੀਆ ਕਰਦੇ ਹਾਂ ਤੁਹਾਡਾ ਸਾਰਿਆਂ ਦਾ ਕਿ ਇਲੈਕਟ੍ਰੋਨਿਕ ਮੀਡੀਆ ਨੇ ਵੀ ਔਰ ਪ੍ਰਿੰਟ ਮੀਡੀਆ ਨੇ ਵੀ ਪਿਛਲੇ 15 ਦਿਨਾਂ ਤੋਂ ਜਦੋਂ ਤੋਂ ਡਾਕਟਰ ਸਾਹਿਬ ਹੋਰਾਂ ਨੇ ਹੰਗਾਰਾ ਭਰਿਆ ਹੈ, ਅਸੀਂ ਰੰਧਾਵਾ ਸਾਹਿਬ ਹੋਰਾਂ ਦੀ ਵੀਡੀਓ ਲੋਕਾਂ 'ਚ ਪਬਲਿਕ ਕੀਤੀ ਆ ਤਾਂ ਬਹੁਤ ਅੱਛਾ ਹੁੰਗਾਰਾ ਮਿਲਿਆ। ਸੋ ਤੁਹਾਡੇ ਸਹਿਯੋਗ ਨਾਲ ਇਹ ਲੋਕਾਂ ਦੇ ਅਧਿਕਾਰਾਂ ਦੀ ਲਹਿਰ ਹੈ। ਹੋਰ ਕੋਈ ਸਵਾਲ? ਦੇਖੋ ਸਵਾਲ ਇਹ ਹੈ ਕਿ ਆਮ ਆਦਮੀ ਪਾਰਟੀ 2013 'ਚ ਪੰਜਾਬ 'ਚ ਆਈ ਸੀ। ਹੋਰ ਲੱਖਾਂ ਲੋਕਾਂ ਦੇ ਵਾਂਗ ਅਸੀਂ ਵੀ, ਮੇਰਾ ਖਿਆਲ ਡਾਕਟਰ ਸਾਹਿਬ ਨੂੰ ਵੀ ਅਪਰੋਚ ਕੀਤਾ ਸੀ, ਤੁਸੀਂ ਸਭ ਨੇ ਦੇਖਿਆ ਹੀ ਹੈ। ਚੰਡੀਗੜ੍ਹ ਪ੍ਰੈਸ ਕਲੱਬ 'ਚ ਸ਼ਾਮਲ ਹੋਣ ਵਾਸਤੇ ਵੀ ਚਲੇ ਗਏ ਸੀ। ਤਾਂ ਲੋਕਾਂ ਨੇ ਪੂਰਾ ਬਾਹਾਂ ਅਲਾਰ ਕੇ ਪੰਜਾਬੀਆਂ ਨੇ ਉਹਨਾਂ ਨੂੰ ਵੈਲਕਮ ਕੀਤਾ। ਪੂਰੇ ਦੇਸ਼ ਦੇ ਵਿੱਚ 2014 ਦੀਆਂ ਜਦੋਂ ਚੋਣਾਂ ਸੀ ਤਾਂ 4 MP ਪੰਜਾਬ ਨੇ ਦਿੱਤੇ ਔਰ 6 ਮੈਂਬਰ ਪਾਰਲੀਮੈਂਟ ਬਹੁਤ ਘੱਟ ਵੋਟਾਂ 'ਤੇ ਹਾਰੇ ਸੀ, ਪਿੱਛੇ ਰਹੇ ਸੀ। ਲਗਭਗ 50 ਹਲਕਿਆਂ ਦੇ ਵਿੱਚ ਆਮ ਆਦਮੀ ਪਾਰਟੀ ਨੂੰ ਵਾਧਾ ਮਿਲਿਆ ਸੀ। ਸੋ ਇੱਕ ਸਵਾਲ ਬੜਾ ਡੂੰਘਾ ਤੇ ਸੋਚਣ ਵਾਲਾ ਹੈ ਕਿ ਜਿਸ ਵੇਲੇ ਉਹਨਾਂ ਕੋਲੇ ਸਿਰਫ 6 ਮਹੀਨੇ ਸੀ, ਉਹ ਨਵੇਂ ਆਏ ਸੀ, ਤਾਂ ਪਰਫਾਰਮੈਂਸ ਜਿਹੜੀ ਸੀ ਉਹ ਬਹੁਤ ਉੱਪਰ ਸੀ। ਔਰ ਜਦੋਂ ਉਹਨਾਂ ਕੋਲੇ ਕੰਮ ਕਰਨ ਲਈ ਲਗਭਗ 3 ਸਾਲ ਸਨ ਤਾਂ ਉਹ ਪਰਫਾਰਮੈਂਸ ਜਿਹੜੀ ਹੈਗੀ ਆ ਉਹ ਘਟ ਗਈ। 50 ਵਿਧਾਨ ਸਭਾ ਹਲਕਿਆਂ ਦੇ ਵਿੱਚ ਵਾਧਾ ਜਿਹੜਾ ਸੀਗਾ ਉਹ ਮਹਿਜ 20 ਵਿਧਾਨ ਸਭਾ ਦੇ ਹਲਕਿਆਂ ਤੱਕ ਸਿਮਟ ਗਿਆ। ਸੋ ਆਪਾਂ ਸਾਰੇ ਹੀ ਜਾਣਦੇ ਹਾਂ, ਅਸੀਂ ਕੋਈ ਉਹਦੇ 'ਤੇ ਟਿੱਪਣੀ ਨਹੀਂ ਕਰਨੀ। ਉਹ ਸਾਡੇ ਹੀ ਭਰਾ ਨੇ, ਉਹਨਾਂ ਦੇ ਫਾਲੋਅਰਸ ਜਿੰਨੇ ਹੈਗੇ ਹੈ, ਬਹੁਤਿਆਂ ਦਾ ਤਾਲਮੇਲ ਪਿਛਲੇ ਸਮੇਂ ਦੇ ਵਿੱਚ ਅਸੀਂ ਵੱਖ-ਵੱਖ ਤੁਰਦੇ ਫਿਰਦੇ ਮਿਲਦੇ ਰਹਿੰਦੇ ਹਾਂ।
ਸੋ ਉਹਨਾਂ ਦਾ ਇਹੀ ਕਹਿਣਾ ਸੀਗਾ ਕਿ ਅਗਰ ਤੁਸੀਂ ਪੰਜਾਬ 'ਚੋਂ ਜਿਹੜੇ ਅਗਵਾਈ ਕਰਨ ਵਾਸਤੇ, ਦੇਖੋ ਅਸੀਂ ਐਵੇਂ ਹੁਣ ਚੌੜੇ ਹੋਈ ਜਾਈਏ, ਗੱਲਾਂ ਤਾਂ ਅਸੀਂ ਮਾਰੀ ਜਾਂਦੇ ਹਾਂ ਬਹੁਤ, ਪਰ ਸਾਡਾ ਕੋਈ ਬਹੁਤਾ ਉਹ ਹੈ ਨਹੀਂ ਪਿੱਛੇ, ਹੈ ਨਾ, ਇਤਿਹਾਸ। ਸੋ ਅੱਜ ਜਿਨ੍ਹਾਂ ਬੰਦਿਆਂ ਦੇ ਮਗਰ ਇੱਕ ਇਤਿਹਾਸ ਹੈ, ਤਾਂ ਅਸੀਂ ਉਹਨਾਂ ਨੂੰ ਜਾ ਕੇ ਯਕੀਨ ਦਿਵਾਇਆ, ਤਾਂ ਇਹਨਾਂ ਨੇ ਸਾਡੇ 'ਤੇ ਭਰੋਸਾ ਕੀਤਾ ਹੈ। ਤਾਂ ਲੋਕ ਅਧਿਕਾਰ ਲਹਿਰ ਦੀ ਜਿੰਨੀ ਟੀਮ ਹੈ ਸਾਡੇ ਵਾਸਤੇ ਮਾਣ ਵਾਲੀ ਗੱਲ ਹੈ। ਅਤੇ ਹੁਣ ਆਮ ਆਦਮੀ ਪਾਰਟੀ ਨਾਲ ਵੀ, ਦੂਜੀਆਂ ਖਾਸ ਪਾਰਟੀਆਂ ਜਿਹੜੀਆਂ ਹੈਗੀਆਂ ਉਹਨਾਂ ਨਾਲ ਵੀ ਜਿੰਨੇ ਲੋਕ ਜੁੜੇ ਹੈ, ਉਹ ਤੁਸੀਂ ਦੇਖਿਓ, ਲੋਕ ਅਧਿਕਾਰ ਲਹਿਰ ਦਾ ਮੰਨਣਾ ਹੈ ਕਿ ਅਸੀਂ ਆਉਣ ਵਾਲੇ 3 ਮਹੀਨਿਆਂ ਤੱਕ ਪੰਜਾਬ ਦੇ ਵਿੱਚ ਲੁੱਟਣ ਵਾਲੇ ਇੱਕ ਪਾਸੇ ਖੜੇ ਹੋਣਗੇ ਤੇ ਸਾਰਾ ਪੰਜਾਬ ਇੱਕ ਪਾਸੇ ਖੜਾ ਹੋਏਗਾ। ਸੋ ਲੋਕ ਅਧਿਕਾਰ ਲਹਿਰ ਜਿਹੜੀ ਹੈਗੀ ਹੈ, ਲੋਕਾਂ ਦੀ ਲਹਿਰ ਹੈ, ਇਹਦਾ ਕਿਸੇ ਨਾਲ ਕੋਈ ਸਮਝੌਤਾ ਨਹੀਂ ਹੈ। ਇਹਦਾ ਸਾਡੇ ਜਰਨੈਲ ਪੰਜਾਬ ਨਾਲ ਹੀ ਸਮਝੌਤਾ ਹੈ ਤੇ ਪੰਜਾਬ ਵਾਸੀਆਂ ਨਾਲ ਹੀ ਸਮਝੌਤਾ ਹੈ। ਬਿਲਕੁਲ ਜੀ, ਪੰਜਾਬ